इसमें अमृत ज्ञान है, मानिक भगत वैराग। श्री गुरु ग्रंथ साहिब ओदध, बंदों कर अनुराग। एकंकारा सतगुरु, जिह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। वाहिगुरु जी का खालसा, वाहिगुरु जी की फतेह। जुगो जुग अटल, चबर छत्र तख्त दे मालक, कलयुगी जीवां दे उधार करता, मानवता दे सच्चे सुच्चे रहबर, धन धन साहिब सतगुरु श्री गुरु ग्रंथ साहिब जी महाराज जी दी पावन पवित्र हजूरी अंदर सुभाएमान गुरु रूप साध संगत जी। आप जी वडभागे हों जो दीन दुनिया दे मालक धन धन साहिब श्री गुरु गोबिंद सिंह जी महाराज, दशमेश पिता बाजां वाले पातशाह जी दे महान पावन स्थान गुरुद्वारा श्री नाडा साहिब पंचकूला विखे अपनियां हाजरियां लवा रहे हों। बड़े ही प्रेम दे नाल आप जी गुरु चरनां विच बैठ के सतसंगत दीयां घड़ियां दा लाभ उठा रहे हो। लड़ीवार गुरु इतिहास की कथा हर रोज़ आप जी नेम अनुसार सुनते हो। चल रहे प्रसंगां विच पिछे आप जी ने सुनिया है कि सतगुरु गुरु नानक देव जी महाराज करतारपुर साहिब की पावन धरती के उत्ते सिख सेवक श्रद्धालु प्रेमी सबना का उद्धार कर रहे हैं। जदों गुरु नानक देव जी के कोल बहुत ज़्यादा लोगों की भीड़ जी इकट्ठी होने लग पई। गुरु घर का जो नियम है, गुरु घर के अंदर क्वालिटी जरूर चैक की जाती है। कल्ली गिणती नूं मानता नहीं दिती जाती कि किड्डा इकट्ठ है, किड्डी भीड़ है। भीड़ ते भीड़े हुंदी है। गुरु घर के अंदर गुरसिखां नूं जदों इकट्ठे हुंदे हन, उन्हां नूं इकट्ठ जां भीड़ नहीं कहा जाता, उन्होंने साध संगत कहा जाता है। पर समय समय गुरु जी ने यह भी पूरा ख्याल रखा है, इस गल ते जोर दिता है कि गुरु घर आउण वाली जिहड़ी संगत है कल्ली भीड़ ही बन के ना रह जाए। इन्हां दे अंदर वो शुभ गुण भी होने चाहिए जो एक सतसंगी दे अंदर होने चाहिए हैं। बहुता इकट्ठ होने लग पिया। गुरु जी ने वेख्या कि इदां ज़्यादा इकट्ठ नहीं, सानू गुरसिख चाहिए हैं, जीवन वाले, करनी वाले, प्रेम वाले, शरधा वाले। गुरु जी ने इन्हां सिखां दी परख करन दे लई, जिवें बच्चा पढ़ता है उहदी पढ़ाई नूं टैसट करन दे लई फिर सियाणे टीचर हुंदे वो एग्ज़ाम लैंदे हन, परचा पाउंदे हन।
ਤਾਂ ਪਤਾ ਲੱਗਦਾ ਹੈ ਕਿ ਕਿਹੜਾ ਕਿੰਨਾ ਕੁ ਪੜ੍ਹਿਆ ਹੈ, ਅਤੇ ਉਹਦੇ ਜਦੋਂ ਪਰਚੇ ਪੈਂਦੇ ਫਿਰ ਉਹਦੇ ਨੰਬਰਾਂ ਤੋਂ ਪਤਾ ਲੱਗਦਾ ਕਿੰਨੇ % ਦੀ ਪੜ੍ਹਾਈ ਹੈ। ਇਸੇ ਤਰ੍ਹਾਂ ਅਧਿਆਤਮ ਦੀ ਦੁਨੀਆ ਦੇ ਵਿੱਚ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਲੋਕ ਬਹੁਤ ਕਰਤਾਰਪੁਰ ਸਾਹਿਬ ਵਿਖੇ ਆਉਣ ਲੱਗ ਪਏ, ਇਕੱਠੇ ਹੋਣ ਲੱਗ ਪਏ, ਹੁਣ ਵੇਖੀਏ ਵੀ ਇਕੱਲਾ ਲੰਗਰ ਛਕਣ ਵਾਲੇ ਹੀ ਹੈ, ਲੋਕ ਦੇਖਾ ਦੇਖੀ ਵਾਲੇ ਹਨ ਜਾਂ ਅੰਦਰੋਂ ਵਿਸ਼ਵਾਸ ਵਾਲੇ, ਪ੍ਰੇਮ ਵਾਲੇ ਹਨ। ਇਹਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬੜਾ ਅਨੋਖਾ ਜਿਹਾ ਕੌਤਕ ਰਚਿਆ। ਉਹ ਕੀ ਕੀਤਾ ਸਾਧ ਸੰਗਤ ਜੀਓ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਮੈਲੇ ਫਟੇ ਪੁਰਾਣੇ ਕੱਪੜੇ ਪਾ ਲਏ, ਹੱਥ ਦੇ ਵਿੱਚ ਇੱਕ ਸੋਟਾ ਕੁਤਕਾ ਫੜ ਲਿਆ, ਆਪਣੇ ਅੱਗੇ 5 7 10 ਸੂਰ ਛੱਡ ਲਏ ਅਤੇ ਆਪਣੇ ਪਿੱਛੇ 5 7 ਕੁੱਤੇ ਲਾ ਲਏ, ਜਿਹਨੂੰ ਧਾਨਕ ਰੂਪ ਕਿਹਾ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਵੇਸ਼ ਕੀਤਾ, ਇੱਦਾਂ ਦਾ ਪਹਿਰਾਵਾ ਬਣਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਜੰਗਲ ਵੱਲ ਨੂੰ ਚੱਲ ਪਏ। ਜਦੋਂ ਲੋਕਾਂ ਨੇ ਵੇਖਿਆ ਵੀ ਗੁਰੂ ਜੀ ਨੇ ਇਹ ਕੀ ਕਰ ਲਿਆ, ਇਹ ਤਾਂ ਧਾਨਕਾਂ ਵਾਲਾ ਰੂਪ ਇਹਨਾਂ ਨੇ ਧਾਰਨ ਕਰ ਲਿਆ, ਪਿੱਛੇ ਕੁੱਤੇ ਲਾ ਲਏ, ਅੱਗੇ ਸੂਅਰ ਲਾ ਲਏ, ਹੱਥਾਂ ਦੇ ਵਿੱਚ ਕੁਤਕਾ ਫੜ ਲਿਆ, ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ। ਜਿਹੜੇ ਨਵੇਂ ਜੇ ਸਨ ਅਣਜਾਣ, ਜਿਹਨੂੰ ਬਾਣੀ ਵਿੱਚ ਆਖਿਆ ਹੈ ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ, ਜਿਹੜੇ ਕੱਚੇ ਜੇ ਪਿਆਰ ਵਾਲੇ ਹੁੰਦੇ ਸਾਧ ਸੰਗਤ ਤੋਂ ਝੜ ਜਾਂਦੇ ਪਹਿਲਾਂ ਹੀ। ਇਸ ਤਰੀਕੇ ਬਹੁਤੇ ਤੇ ਗੁਰੂ ਜੀ ਦੀ ਇਹ ਸਰੀਰ ਦੀ ਦਸ਼ਾ, ਸਰੀਰ ਦੀ ਹਾਲਤ ਵੇਖ ਕੇ ਹੀ ਗੁਰੂ ਸਾਹਿਬ ਤੋਂ ਮੂੰਹ ਮੋੜ ਗਏ ਕਿ ਇਹ ਕਿੱਦਾਂ ਦਾ ਇਹਨਾਂ ਨੇ ਰੂਪ ਧਾਰ ਲਿਆ। ਕਈ ਤਾਂ ਇਸ ਤਰ੍ਹਾਂ ਦੀ ਵੀ ਸੋਚਣ ਲੱਗ ਪਏ ਗੁਰੂ ਜੀ ਨੂੰ ਹੋ ਗਿਆ ਕੁਝ ਲੱਗਦਾ ਹੈ। ਆਓ ਦੇਖਦੇ ਹਾਂ ਕਿਸ ਤਰੀਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਖ ਕਰਦੇ ਹਨ। ਪਰਖਾਂ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਗੁਰੂ ਕਿਰਪਾ ਕਰੇ ਆਪ ਆਪਣੇ ਚਰਨੀ ਲਾ ਲਏ, ਫਿਰ ਗੁਰੂ ਪਾਤਸ਼ਾਹ ਜੀ ਲੋਕ ਪਰਲੋਕ ਦੇ ਸੁੱਖ ਆਪਣੇ ਸਿੱਖ ਨੂੰ ਦਿੰਦੇ ਹਨ। ਪਰ ਕੋਈ ਚਤਰਾਈਆਂ ਵਾਲਾ, ਕੋਈ ਹਿੱਜਤਾਂ ਵਾਲਾ, ਕੋਈ ਤਰਕਾਂ ਵਾਲਾ ਗੁਰੂ ਘਰੋਂ ਕੁਝ ਕਦੇ ਲੈ ਕੇ ਨਹੀਂ ਗਿਆ, ਖਾਲੀ ਹੋ ਜਾਂਦਾ ਹੈ। ਆਓ ਕਿਸ ਤਰੀਕੇ ਗੁਰਸਿੱਖਾਂ ਦੀ ਪਰਖ ਹੁੰਦੀ ਹੈ, ਕਿਵੇਂ ਕਈ ਅਣਜਾਣ ਗੁਰੂ ਜੀ ਦਾ ਬਾਹਰਾ ਬੇਸ ਵੇਖ ਕੇ ਡੋਲ ਜਾਂਦੇ ਹਨ, ਕਿਵੇਂ ਗੁਰੂ ਘਰ ਤੋਂ ਬੇਮੁਖ ਹੋ ਜਾਂਦੇ ਹਨ, ਅਤੇ ਕਿਵੇਂ ਪਿਆਰ ਵਾਲੇ ਨਿੱਤਰਦੇ ਹਨ। ਇਹ ਇਹਨਾਂ ਪ੍ਰਸੰਗਾਂ ਵਿੱਚ ਆਏਗਾ। ਹਾਜ਼ਰੀਆਂ ਲਵਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਵੀ ਜੀ ਕਹਿੰਦੇ ਹਨ ਜਿਹੜੇ ਕਿਸੇ ਦੇ ਦੱਸੇ ਦਸਾਏ ਜਾਂ ਦੇਖਾ ਦੇਖੀ ਵਾਲੇ ਆਏ ਸਨ, ਉਹਨਾਂ ਨੇ ਗੁਰੂ ਜੀ ਦਾ ਐਸਾ ਵੇਸ਼ ਜਦੋਂ ਵੇਖਿਆ, ਉਹਨਾਂ ਨੇ ਤੇ ਸਾਧ ਸੰਗਤ ਜੀ ਤਰਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਖੇ ਜੀ ਗੁਰੂ ਜੀ ਤੇ ਲੱਗਦਾ ਦੀਵਾਨੇ ਹੋ ਗਏ ਹਨ। ਇਹ ਕਿੱਦਾਂ ਦਾ ਗੁਰੂ ਜੀ ਨੇ ਆਪਣਾ ਵੇਖ ਪਹਿਰਾਵਾ ਬਣਾ ਲਿਆ, ਹੱਥ ਦੇ ਵਿੱਚ ਕੁਤਕਾ ਫੜ ਲਿਆ ਹੈ, ਔਰ ਗੁਰੂ ਨਾਨਕ ਦੇਵ ਮਹਾਰਾਜ ਨੇ ਕੁਝ ਕੂਕਰ ਕੁੱਤੇ ਪਿੱਛੇ ਲਾ ਲਏ, ਸੂਅਰ ਅੱਗੇ ਲਾ ਲਏ, ਇੱਦਾਂ ਤੁਰੇ ਜਾ ਰਹੇ ਨੇ। ਇਹ ਕਿੱਦਾਂ ਦਾ ਪਹਿਰਾਵਾ? ਇੱਦਾਂ ਕਦੇ ਗੁਰੂ ਪੀਰਾਂ ਸੰਤਾਂ ਫਕੀਰਾਂ ਦਾ ਵੀ ਕੋਈ ਪਹਿਰਾਵਾ ਹੁੰਦਾ? ਕਈ ਲੋਕ ਇੱਦਾਂ ਦੀਆਂ ਗੱਲਾਂ ਕਰਨ ਲੱਗ ਪਏ ਜਿਹੜੇ ਕੱਚੇ ਪਿਆਰ ਵਾਲੇ ਹਨ। ਤੇ ਸੋਚਦੇ ਨੇ ਸਾਡਾ ਕਿਵੇਂ ਰਹਿਣਾ ਬਣੂਗਾ ਗੁਰੂ ਜੀ ਦੇ ਨਾਲ, ਜੇ ਗੁਰੂ ਜੀ ਇੱਦਾਂ ਦੇ ਰਹਿਣਗੇ ਤਾਂ ਅਸੀਂ ਕਿਵੇਂ ਰਹਾਂਗੇ। ਦੇਖੋ ਇਹ ਵੀ ਇੱਕ ਅਦਭੁਤ ਖੇਡ ਹੈ। ਹਾਲਾਂਕਿ ਸਿੱਖ ਜਿਹੜਾ ਹੁੰਦਾ ਉਹ ਕਦੇ ਸ਼ਰਤ ਨਹੀਂ ਰੱਖਦਾ ਗੁਰੂ ਦੇ ਅੱਗੇ ਕਿ ਗੁਰੂ ਇੱਦਾਂ ਦਾ ਹੋਵੇ, ਗੁਰੂ ਇੱਦਾਂ ਦਾ ਹੋਵੇ। ਨਾ ਭਾਈ, ਗੁਰੂ ਦੇ ਕੋਲ ਬਸ ਇੱਕੋ ਹੀ ਗੁਣ ਹੋਣਾ ਚਾਹੀਦਾ ਹੈ, ਉਹ ਹੈ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਗੁਰੂ ਸੱਚਾ ਹੋਵੇ, ਉਦੋਂ ਬਾਅਦ ਸਿੱਖ ਨੇ ਆਪਣਾ ਮਨ ਗੁਰੂ ਅੱਗੇ ਰੱਖ ਦੇਣਾ ਹੁੰਦਾ ਹੈ।
ਤੇ ਜਿਹੜਾ ਸਿੱਖ ਆਪਣਾ ਮਨ ਗੁਰੂ ਅੱਗੇ ਵੇਚਦਾ ਹੈ, ਸਾਧ ਸੰਗਤ ਉਹਦੇ ਕਾਰਜ ਰਾਸ ਹੁੰਦੇ। ਜੇ ਕੋਈ ਆਪਣਾ ਮਨ, ਆਪਣੀ ਚਲਾਕੀ, ਆਪਣੀ ਵਿੱਦਿਆ ਦਾ ਮਾਣ, ਧਨ ਦਾ ਘਮੰਡ ਚੁੱਕੀ ਫਿਰੇ, ਉਹਦੇ ਕਾਰਜ ਰਾਸ ਨਹੀਂ ਹੁੰਦੇ। ਬਾਣੀ ਵਿੱਚ ਲਿਖਿਆ ਹੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹ 'ਤੇ ਕਿਰਪਾ ਹੁੰਦੀ। ਪਰ ਕਈ ਅਣਜਾਣ ਗੁਰੂ ਜੀ ਦਾ ਇਸ ਤਰ੍ਹਾਂ ਦਾ ਵੇਖ ਕੇ ਤਰਕਾਂ ਕਰਨ ਲੱਗ ਪਏ ਹਨ। ਗੁਰੂ ਜੀ ਨੂੰ ਵੇਖ ਕੇ ਮੂੰਹੋਂ ਬੜੇ ਅਟਪਟੇ ਜਿਹੇ ਵਚਨ, ਜਿਹੜੇ ਇੱਕ ਗੁਰਸਿੱਖ ਨੂੰ ਆਪਣੇ ਗੁਰੂ ਦੀ ਸ਼ਾਨ ਦੇ ਖਿਲਾਫ ਬੋਲਣੇ ਸ਼ੋਭਦੇ ਨਹੀਂ, ਇਸ ਤਰ੍ਹਾਂ ਦੇ ਵਚਨ ਮੂੰਹੋਂ ਕਰਨ ਲੱਗ ਪਏ ਹਨ। ਕਿਉਂਕਿ ਗੁਰੂ ਜੀ ਦਾ ਜਿਹੜਾ ਸਰੂਪ ਹੈ ਐਸਾ ਹੀ ਬਣਾਇਆ ਜਿਵੇਂ ਬਾਜਾਂ ਵਾਲੇ ਪਾਤਸ਼ਾਹ ਨੇ 10ਵੇਂ ਜਾਮੇ 'ਚ ਵੀ ਬਣਾਇਆ। ਜਦੋਂ ਸਿਰ ਮੰਗਿਆ ਸੀ ਨਾ, ਖੜ ਕੇ ਤਖਤ ਦੇ ਉੱਤੇ ਆਵਾਜ਼ ਮਾਰੀ ਸੀ, ਸਿਰ ਚਾਹੀਦਾ, ਉਦੋਂ ਬੜੇ ਭੱਜ ਗਏ ਸਨ। ਜਾ ਕੇ ਮਾਤਾ ਗੁਜਰੀ ਜੀ ਨੂੰ ਸ਼ਿਕਾਇਤਾਂ ਲਾਈਆਂ ਸਨ, ਮਾਤਾ ਜੀ ਲੱਗਦਾ ਗੁਰੂ ਜੀ ਨੂੰ ਕੁਝ ਹੋ ਗਿਆ, ਉਹਨਾਂ ਦੇ ਸਿਰ 'ਤੇ ਖੌਰੇ ਚੰਡੀ ਸਵਾਰ ਹੋ ਗਈ, ਉਹ ਤਾਂ ਸਿੱਖਾਂ ਦੇ ਸਿਰ ਮੰਗਦੇ ਆ। ਪਰ ਜਿਹੜੇ ਪਿਆਰ ਵਾਲੇ ਸੀ ਉਹ ਸਿਰ ਦੇਣ ਲਈ ਵੀ ਨਿੱਤਰੇ ਆਏ। ਸਾਧ ਸੰਗਤ, ਇੱਥੇ ਵੀ ਜਿਹੜੇ ਨਿੱਤਰਨਗੇ ਉਹਨਾਂ ਨੂੰ ਬਖਸ਼ਿਸ਼ਾਂ ਹੋਣੀਆਂ, ਪਰ ਕਿੰਤੂ ਪ੍ਰੰਤੂ ਵਾਲੇ ਉਹ ਮਨ ਵਿੱਚ ਸੋਚਦੇ ਹਨ, ਉਹਨਾਂ ਦੇ ਲੌਜਿਕ 'ਤੇ ਗੁਰੂ ਜੀ ਦੀ ਕਿਰਿਆ ਫਿੱਟ ਨਹੀਂ ਬਹਿੰਦੀ ਹੈ। ਜਿਸ ਤਰੀਕੇ ਨਾਲ ਉਹ ਸੋਚਦੇ ਨਾ ਵੀ ਇਉਂ ਹੋਣਾ ਚਾਹੀਦਾ, ਉੱਦਾਂ ਗੱਲ ਜਦੋਂ ਹੁੰਦੀ ਨਹੀਂ ਤੇ ਕਹਿੰਦੇ ਇਹ ਕਿੱਦਾਂ ਦਾ ਗੁਰੂ ਜੀ ਨੇ ਪਹਿਰਾਵਾ ਬਣਾ ਲਿਆ, ਇਹ ਵੀ ਕੋਈ ਗੁਰੂ ਹੁੰਦਾ ਹੈ ਇੱਦਾਂ ਦਾ, ਇਉਂ ਗੱਲਾਂ ਕਰਦੇ ਹਨ। ਗੁਰੂ ਜੀ ਨੇ ਆਪਣੇ ਨਾਲ ਸੂਅਰ ਲਾ ਲਏ, ਆਪਣੇ ਨਾਲ ਕੁੱਤੇ ਲਾ ਲਏ ਹਨ। ਸਾਧ ਸੰਗਤ ਜੀ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਸਿਦਕ ਵਾਲੇ ਜਿਹੜੇ ਸਨ ਸਨ ਭਾਈ ਲਹਿਣਾ ਜੀ, ਜੋ ਬਾਅਦ ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਰੂਪ ਵਿੱਚ ਪ੍ਰਗਟ ਹੋਏ। ਇਹਨਾਂ ਨੇ ਗੁਰੂ ਮਹਾਰਾਜ ਜੀ ਦਾ ਸਾਥ ਨਹੀਂ ਛੱਡਿਆ। ਭਾਈ ਲਹਿਣੇ ਨੇ ਤੇ ਹੱਥ ਜੋੜ ਲਏ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਹੀ ਖੜੇ ਰਹੇ ਹਨ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਭ ਕੁਝ ਤੇ ਅਰਪਣ ਕਰ ਦਿੱਤਾ। ਜੇ ਕੁਝ ਆਪਣਾ ਰੱਖਿਆ ਹੋਵੇ ਫੇਰ ਤੇ ਵੱਖਰਾ ਹੋਵੇ, ਪਰ ਗੁਰੂ ਨੂੰ ਤੇ ਤਨ ਮਨ ਧਨ ਸਭ ਅਰਪਣ ਕਰ ਦਿੱਤਾ, ਸ਼ੁੱਧ ਹੋ ਗਿਆ ਹੈ। ਸਾਧ ਸੰਗਤ, ਗੁਰੂ ਤੋਂ ਕਿਵੇਂ ਪਿੱਛੇ ਹਟ ਜਾਏ? ਜਿਹੜਾ ਸਿਰ ਗੁਰੂ ਅੱਗੇ ਰੱਖ ਦਿੱਤਾ, ਹੁਣ ਉਹ ਸਿਰ ਨੂੰ ਵਾਪਸ ਕਿਵੇਂ ਚੱਕ ਲਏ? ਜੇ ਤੇ ਆਪਣਾ ਹੋਵੇ ਫਿਰ ਤੇ ਵਾਪਸ ਚੱਕੇ, ਪਰ ਇਹ ਤੇ ਹੈ ਹੀ ਗੁਰੂ ਦਾ। ਜਿਹੜੀ ਚੀਜ਼ ਗੁਰੂ ਨੂੰ ਦੇ ਦਿੱਤੀ, ਜੇ ਤਨ ਮਨ ਧਨ ਗੁਰੂ ਦਾ ਕਹਿ ਦਿੱਤਾ ਤੇ ਅੱਜ ਔਂਕੜਾ ਬਣੀ ਤੇ ਪਿੱਛੇ ਕਿਵੇਂ ਹਟੇ? ਇਹ ਸਿੱਖ ਦਾ ਕਾਰਜ ਨਹੀਂ। ਬਾਣੀ 'ਚ ਲਿਖਿਆ, ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਹੀਂ ਜੀਵੈ ਦੋ ਕੁਲ ਲੱਜੈ। ਕੋਈ ਸੰਕਟ ਆਵੇ ਤੇ ਸੇਵਕ ਭੱਜ ਜਾਏ ਨਾ ਜੀ, ਤੇ ਸਾਧ ਸੰਗਤ ਜੀ ਫਿਰ ਉਹਨੂੰ ਦੋਵੇਂ ਲੋਕਾਂ ਦੇ ਵਿੱਚ ਲਾਜ ਝੱਲਣੀ ਪੈਂਦੀ ਹੈ। ਭਾਈ ਲਹਿਣਾ ਜੀ ਤੇ ਹੈ ਹੀ ਪਿਆਰ ਦੇ ਵਿੱਚ ਭਿੱਜੇ ਹੋਏ ਸਨ, ਇਸ ਅਵਸਥਾ ਵਿੱਚ ਸਨ ਕਿ ਉਹਨਾਂ ਨੇ ਸਾਧ ਸੰਗਤ ਆਪਣਾ ਸਭ ਕੁਝ ਅਰਪਣ ਜੋ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵੇਲੇ ਮੁਖਾਰਵਿੰਦ ਤੋਂ ਫਿਰ ਬਚਨ ਉਚਾਰਨ ਕੀਤਾ। ਉੱਥੇ ਪਾਵਨ ਇਲਾਹੀ ਬਾਣੀ ਦਾ ਸ਼ਬਦ ਉਚਾਰਨ ਕੀਤਾ ਹੈ। ਜਿਹੜਾ ਸ਼ਬਦ ਗੁਰੂ ਨਾਨਕ ਨੇ ਪਾਵਨ ਬਾਣੀ ਦਾ ਉੱਥੇ ਉਚਾਰਿਆ ਨਾ, ਉਹ ਆਪ ਜੀ ਨੂੰ ਪੜ੍ਹ ਕੇ ਸੁਣਾਉਂਦੇ ਹਨ ਭਾਈ ਸਾਹਿਬ, ਨਾਲੋਂ ਨਾਲ ਆਪਾਂ ਅਰਥ ਕਰਦੇ ਹਾਂ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ, ਏਕ ਸੁਆਨ ਦੋਇ ਸੁਆਨੀ ਨਾਲ, ਭਲਕੇ ਭੌਕੈ ਸਦਾ ਬਿਆਲ। ਗੁਰੂ ਮਹਾਰਾਜ ਕਹਿੰਦੇ ਇੱਕ ਕੁੱਤਾ ਲੋਭ ਦਾ ਤੇ ਦੋ ਕੁੱਤੀਆਂ ਆਸਾ ਤੇ ਤ੍ਰਿਸ਼ਨਾ ਹਰੇਕ ਗੁਰਸਿੱਖ ਦੇ ਅੰਦਰ ਵਸਦੀਆਂ ਨੇ, ਇਨਸਾਨ ਦੇ।
ਪਰ ਗੁਰਸਿੱਖ ਹੈ ਜਿਹੜਾ ਗੁਰੂ ਕਿਰਪਾ ਨਾਲ ਇਹਨਾਂ ਤੋਂ ਉੱਤੇ ਉੱਠਦਾ ਹੈ। ਨਹੀਂ ਤੇ ਹਰੇਕ ਇਨਸਾਨ ਦੇ ਅੰਦਰ ਇੱਕ ਲੋਭ ਦਾ ਕੁੱਤਾ, ਤ੍ਰਿਸ਼ਨਾ ਅਤੇ ਆਸਾ ਦੀਆਂ ਦੋ ਕੁੱਤੀਆਂ ਨਾਲ ਰਹਿੰਦੀਆਂ ਹਨ। ਤੇ ਨਾਲ ਕਹਿੰਦੇ ਭਲਕੇ ਭੁੱਖ ਹੈ ਸਦਾ ਬਿਆਲ। ਸਵੇਰ ਹੁੰਦੀ ਨੂੰ ਜਲਦੀ ਸਾਜਰੇ ਹੀ ਜਦੋਂ ਬੰਦਾ ਉੱਠਦਾ ਹੈ ਉਦੋਂ ਨੂੰ ਇਹ ਲਾਲਚ, ਤ੍ਰਿਸ਼ਨਾ ਤੇ ਆਸਾ ਦੇ ਕੁੱਤੇ ਕੁੱਤੀਆਂ ਬੰਦੇ ਦੇ ਅੰਦਰ ਭੌਂਕਣ ਲੱਗ ਜਾਂਦੇ ਹਨ। ਤੇ ਮਹਾਰਾਜ ਕਹਿੰਦੇ ਛੁਰਾ ਚੁੱਕੀ ਫਿਰਦਾ ਭਾਈ, ਸਾਡਾ ਵੇਖ ਵੇਖ ਕੇ, ਸਾਡਾ ਪਹਿਰਾਵਾ ਵੇਖ ਕੇ ਕਹਿੰਦੇ ਗੁਰੂ ਜੀ ਨੇ ਆਪਣੇ ਨਾਲ ਕੁੱਤੇ ਰੱਖ ਲਏ, ਗੁਰੂ ਜੀ ਨੇ ਗਲ ਵਿੱਚ ਛੁਰਾ ਪਾ ਲਿਆ। ਮਹਾਰਾਜ ਕਹਿੰਦੇ ਤੁਸੀਂ ਸਾਰੇ ਆਪਣੇ ਨਾਲ ਕੁੱਤੇ ਲਈ ਫਿਰਦੇ ਹੋ। ਕਹਿੰਦੇ ਜੀ ਕਾਹਦੇ ਕੁੱਤੇ? ਮਹਾਰਾਜ ਕਹਿੰਦੇ ਲਾਲਚ ਦਾ ਕੁੱਤਾ, ਲੱਭ ਕੁੱਤਾ। ਆਪਣੇ ਅੰਦਰ ਲਾਲਚ ਦਾ ਕੁੱਤਾ, ਜਿਹੜਾ ਲਾਲਚ ਅੰਦਰ ਭੌਂਕਦਾ ਪਿਆ ਉਹ ਕੁੱਤਾ ਹੀ ਤਾਂ ਹੈ। ਅੰਦਰ ਤ੍ਰਿਸ਼ਨਾ, ਅੰਦਰ ਪਦਾਰਥਾਂ ਨੂੰ ਇਕੱਠੇ ਕਰਨ ਦੀ ਆਸ਼ਾ। ਮਹਾਰਾਜ ਕਹਿੰਦੇ ਇਹ ਵੀ ਕਿਸੇ ਕੁੱਤੀਆਂ ਨਾਲੋਂ ਘੱਟ ਥੋੜ੍ਹਾ। ਤੇ ਮਹਾਰਾਜ ਕਹਿੰਦੇ ਜਿਹੜਾ ਸਵੇਰ ਹੁੰਦੇ ਨੂੰ ਤੁਹਾਡੇ ਅੰਦਰ ਲਾਲਚ ਪੈਦਾ ਹੋ ਜਾਂਦਾ ਹੈ, ਇਹ ਸਮਝੋ ਕੁੱਤੇ ਅੰਦਰ ਭੌਂਕਦੇ ਆ। ਤੇ ਮਹਾਰਾਜ ਕਹਿੰਦੇ ਸਾਡਾ ਬਾਹਰਲਾ ਛੁਰਾ ਵੇਖ ਕੇ ਤੁਸੀਂ ਕਹਿੰਦੇ ਜੀ ਛੁਰਾ ਧਾਰਨ ਕਰ ਲਿਆ। ਮਹਾਰਾਜ ਕਹਿੰਦੇ ਛੁਰਾ ਤੁਸੀਂ ਵੀ ਚੁੱਕੇ ਫਿਰਦੇ ਹੋ। ਕਹਿੰਦੇ ਜੀ ਕਾਹਦਾ? ਕਹਿੰਦੇ ਕੂੜ ਛੁਰਾ, ਜਿਹੜਾ ਝੂਠ ਬੋਲਦੇ ਛੁਰਾ ਚੁੱਕੀ ਫਿਰਦੇ। ਝੂਠ ਜਿਹੜਾ ਛੁਰਾ ਕਿਸੇ ਦੇ ਮਾਰੀ ਦਾ ਹਿੱਕ 'ਚ, ਢਿੱਡ 'ਚ। ਤੇ ਮਹਾਰਾਜ ਕਹਿੰਦੇ ਅਗਲੇ ਨੂੰ ਲੁੱਟੀਦਾ। ਤੇ ਤੁਸੀਂ ਵੀ ਤਾਂ ਝੂਠ ਬੋਲ ਲੋਕਾਂ ਨੂੰ ਲੁੱਟੀ ਜਾਂਦੇ। 5 ਵਾਲੀ ਚੀਜ਼ 50 ਦੀ ਗਲ 'ਤੇ ਹੱਥ ਰੱਖ ਕੇ ਕਹਿੰਦੇ ਗੁਰੂ ਦੀ ਸਹੁੰ ਇਹ ਤਾਂ ਇੰਨੇ ਦੀ ਆਈ ਹੈ, ਬੋਲਦੇ ਝੂਠ। ਮਹਾਰਾਜ ਕਹਿੰਦੇ ਵੀ ਛੁਰਾ ਹੈ। ਤੇ ਮਹਾਰਾਜ ਕਹਿੰਦੇ ਉਹ ਠੱਗੋ, ਜੋ ਤੁਸੀਂ ਪਰਾਇਆ ਹੱਕ ਖਾਂਦੇ, ਮੁਰਦਾਰ ਮੁਰਦੇ ਦਾ ਮਾਸ ਖਾਣ ਵਾਲਾ ਕੰਮ ਕਰ ਰਹੇ ਹੋ। ਹੇ ਕਰਤਾਰ ਵਾਹਿਗੁਰੂ ਜੀ, ਇਹ ਧਾਨਕਾਂ ਵਾਲਾ ਰੂਪ ਮੇਰਾ ਆਪਣਾ। ਅਸੀਂ ਸਾਰੇ ਹੀ ਇਸ ਤਰ੍ਹਾਂ ਦੇ ਵੇਸ਼ ਵਿੱਚ ਰਹਿੰਦੇ ਹਾਂ। ਲਾਲਚ ਦੇ ਮਾਰੇ ਅੰਦਰ ਤ੍ਰਿਸ਼ਨਾ ਦੀ ਅੱਗ ਵਲਦੀ ਪਈ ਹੈ। ਹਾਂ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ। ਨਾ ਮੇਰੇ ਕੋਲ ਕੋਈ ਇੱਜ਼ਤ ਵਾਲਾ ਮਾਰਗ ਹੈ, ਨਾ ਸ੍ਰੇਸ਼ਟ ਕਰਨੀ ਵਾਲੀ ਮੇਰੀ ਕੋਈ ਕਾਰ ਹੈ, ਨਾ ਮੈਂ ਕੋਈ ਚੰਗਾ ਕੰਮ ਕਰਦਾ ਹਾਂ। ਵਿਗੜੇ ਹੋਏ ਭਿਆਨਕ ਰੂਪ ਵਿੱਚ ਮੈਂ ਹਾਂ। ਬਾਹਰੋਂ ਤਾਂ ਸੈਂਟ ਸੁੰਟ ਲਾ ਕੇ, ਬਾਹਰੋਂ ਤਾਂ ਚਿੱਟੇ ਲਸ਼ਕੀਲੇ ਕੱਪੜੇ ਪਾ ਕੇ, ਬਾਹਰੋਂ ਤਾਂ ਐਨ ਜਰੀਦਾਰ ਅਤੇ ਕੱਪੜੇ ਪਾ ਕੇ, ਸੋਨੇ ਦੇ ਗਹਿਣੇ ਪਾ ਕੇ ਚਮਕਦਾ ਪਿਆ। ਪਰ ਆਪਣੇ ਅੰਦਰ ਝਾਤ ਮਾਰ, ਕਦੇ ਸ਼ੀਸ਼ੇ ਅੱਗੇ ਖੜ੍ਹ ਕੇ ਆਪਣੇ ਆਪੇ ਨਾਲ ਅੱਖਾਂ ਮਿਲਾ ਕੇ ਵੇਖ ਤੇਰਾ ਕੀ ਰੂਪ ਹੈ। ਗੁਰੂ ਜੀ ਕਹਿੰਦੇ ਜਦੋਂ ਤੂੰ ਅੰਦਰ ਝਾਤੀ ਮਾਰੇਗਾ ਨਾ, ਤੈਨੂੰ ਪਤਾ ਲੱਗੇਗਾ ਹਉ ਵਿਗੜੈ ਰੂਪ ਰਹਾ ਵਿਕਰਾਲ। ਮੇਰਾ ਰੂਪ ਵਿਗੜ ਗਿਆ। ਮੈਂ ਉਸ ਤਰ੍ਹਾਂ ਦਾ ਇਨਸਾਨ ਨਹੀਂ ਜਿੱਦਾਂ ਦਾ ਮੈਨੂੰ ਗੁਰੂ ਬਣਾਉਣਾ ਚਾਹੁੰਦਾ ਹੈ। ਮੇਰਾ ਜੀਵਨ ਉਸ ਤਰ੍ਹਾਂ ਦਾ ਨਹੀਂ ਹੈ। ਹੇ ਵਾਹਿਗੁਰੂ, ਤੇਰੇ ਨਾਮ ਦੀਆਂ ਬਰਕਤਾਂ, ਤੇਰਾ ਜਿਹੜਾ ਨਾਮ ਹੈ ਨਾ, ਇਹ ਲੋਕਾਂ ਨੂੰ ਸੰਸਾਰ ਤੋਂ ਪਾਰ ਉਤਾਰਾ ਕਰਾ ਦੇਗਾ। ਮੇਰੀ ਇਹੋ ਆਸ ਹੈ, ਤੇਰਾ ਨਾਮ, ਤੇਰੇ ਨਾਮ ਦਾ ਆਧਾਰ ਜਣੀ ਆਸਰਾ ਹੈ। ਤੇਰੇ ਨਾਮ ਤੋਂ ਛੁੱਟ ਮੇਰੇ ਕੋਲ ਨਾ ਕੋਈ ਆਸ, ਨਾ ਕੋਈ ਆਸਰਾ ਭਰੋਸਾ ਹੈ। ਮੇਰੀ ਹਾਲਤ ਮਹਾਰਾਜ ਕਹਿੰਦੇ ਇਹ ਹੋਈ ਪਈ ਹੈ ਵੀ ਜਦੋਂ ਵੀ ਮੈਂ ਮੂੰਹੋਂ ਬੋਲਦਾ ਤੇ ਕਿਸੇ ਨਾ ਕਿਸੇ ਦੀ ਨਿੰਦਿਆ ਹੀ ਕਰਦਾ। ਕਿੰਨੀ ਭੈੜੀ ਇਹ ਮਾੜੀ ਗੱਲ ਹੈ ਕਿ ਮੂੰਹੋਂ ਜਦੋਂ ਵੀ ਬੋਲਣਾ ਕਿਸੇ ਨਾ ਕਿਸੇ ਦੀ ਨਿੰਦਿਆ ਹੀ ਕਰਨੀ। ਹਾਲਾਂਕਿ ਗੁਰਬਾਣੀ 'ਚ ਤੇ ਲਿਖਿਆ ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀ ਹੈ। ਗੁਰਸਿੱਖੋ ਜਦੋਂ ਬੋਲਣਾ ਤੁਹਾਡੇ ਬੋਲ ਇਸ ਤਰ੍ਹਾਂ ਦੇ ਮਿੱਠੇ ਹੋਣੇ ਚਾਹੀਦੇ ਆ ਜਿਨ੍ਹਾਂ ਵਿੱਚੋਂ ਰੱਬੀ ਨਾਮ ਦੀ ਮਹਿਕ ਆਵੇ। ਤੁਹਾਡੇ ਵਿੱਚੋਂ ਕਿਸੇ ਦੀ ਉਸਤਤੀ ਹੋਵੇ, ਤੁਹਾਡੇ ਬੋਲਾਂ ਵਿੱਚੋਂ ਮਿਠਾਸ ਨਿਕਲੇ, ਤੁਹਾਡੇ ਬੋਲਾਂ ਦੇ ਵਿੱਚੋਂ ਪਿਆਰ ਨਿਕਲੇ। ਬੇਵਜ੍ਹਾ ਤੁਹਾਡੇ ਮੂੰਹ ਦੇ ਬੋਲ ਨਾ ਹੋਣ, ਤੁਹਾਡੇ ਬੋਲਾਂ ਦਾ ਕੋਈ ਅਰਥ ਹੋਵੇ। ਤੇ ਮਹਾਰਾਜ ਕਹਿੰਦੇ ਪਰ ਹਾਲਤ ਉਲਟੀ ਹੋਈ ਪਈ, ਨਿੰਦਾ ਹੀ ਕਰਦਾ ਹੈ। ਦਿਨ ਦੇ ਵਿੱਚ ਵੀ ਰਾਤ ਨੂੰ ਸੁਪਨਿਆਂ 'ਚ ਨਿੰਦਿਆ,
ਦਿਨ ਦੇ ਵਿੱਚ ਜਾਗ ਕੇ ਤੋਰੇ ਫੇਰੇ ਕੰਮ ਧੰਦੇ ਵਿੱਚ ਇਹੀ ਕੁਝ ਕਰਦਾ ਹੈ। ਕਹਿੰਦੇ ਇੰਨਾ ਨੀਚ ਭੈੜਾ ਸਨਾਤੀ ਹੈ, ਮਾੜਾ ਹੈ। ਤੇ ਮਹਾਰਾਜ ਕਹਿੰਦੇ ਪਰਾਏ ਘਰਾਂ ਨੂੰ ਤੱਕਦਾ ਹੈ, ਆਪਣੇ ਘਰ ਦੀ ਖਬਰ ਨਹੀਂ, ਆਪਣੇ ਅੰਦਰ ਦੀ ਇੰਦਰੀਆਂ ਦੀ, ਆਪਣੇ ਸਰੀਰ ਦੀ, ਪਰਾਇਆਂ ਵੱਲ ਵੇਖਦਾ ਹੈ, ਦੂਜੇ ਦੇ ਔਗਣ ਤੱਕਦਾ ਹੈ, ਆਪਣੇ ਔਗਣਾਂ ਨੂੰ ਸੁਧਾਰਨ ਦਾ ਯਤਨ ਨਹੀਂ ਕਰਦਾ। ਮਹਾਰਾਜ ਕਹਿੰਦੇ ਦੂਜਿਆਂ ਨੂੰ ਪਰਖਦਾ ਨੀਵੀਂ ਜਾਤ ਦਾ, ਬਈ ਇਹ ਚੰਡਾਲ ਹੈ ਜੀ, ਇਹ ਫਲਾਂ ਜਾਤ ਦਾ ਹੈ। ਮਹਾਰਾਜ ਕਹਿੰਦੇ ਤੇਰੇ ਅੰਦਰ ਵੀ ਤੇ ਚੰਡਾਲ ਵਸਦੇ। ਕਹਿੰਦਾ ਜੀ ਕਿਹੜੇ? ਮਹਾਰਾਜ ਕਹਿੰਦੇ ਕਾਮ ਕ੍ਰੋਧ, ਜਿਹੜੇ ਕਾਮ ਅਤੇ ਕ੍ਰੋਧ ਤੇਰੇ ਅੰਦਰ ਵਸਦੇ ਹਨ। ਮਹਾਰਾਜ ਕਹਿੰਦੇ ਤਨ ਵਸੈ ਚੰਡਾਲ, ਉਹ ਤੇਰੇ ਘਰੇ ਅੱਡਾ ਕੀਤਾ ਪਿਆ ਇਹਨਾਂ ਚੰਡਾਲਾਂ ਨੇ। ਤੇਰੇ ਅੰਦਰ ਕਾਮ ਵਸਦਾ ਹੈ, ਤੇਰੇ ਹਿਰਦੇ ਦੇ ਵਿੱਚ ਕ੍ਰੋਧ ਵਸਦਾ ਹੈ। ਇੰਨਾ ਭੈੜਾ ਹੈ ਕਿ ਚੰਡਾਲਾਂ ਤੋਂ ਵੀ ਬੁਰਾ ਇਹ ਹਨ, ਤੇ ਤੇਰੇ ਘਰ ਇਹਨਾਂ ਨੇ ਡੇਰਾ ਕੀਤਾ ਹੈ। ਕਹਿੰਦੇ ਧਾਨਕਾਂ ਵਾਲਾ ਰੂਪ ਹੈ, ਇਹਦੇ ਵਿੱਚ ਇਹ ਕਰਤਾਰ ਮੈਂ ਰਹਿ ਰਿਹਾ ਹਾਂ, ਇਹ ਤੂੰ ਜਾਣ ਲੈ। ਮੇਰੀ ਸੁਰਤ ਤੇ ਲੋਕਾਂ ਨੂੰ ਹਮੇਸ਼ਾ ਫਸਾਉਣ ਵਿੱਚ ਰਹਿੰਦੀ ਹੈ ਕਿ ਕਿਵੇਂ ਕਿਸੇ ਨੂੰ ਫਸਾ ਲਵਾਂ। ਫਾਹੀ ਸੁਰਤ, ਸੁਰਤ ਇੱਦਾਂ ਰਹਿੰਦੀ ਕਿ ਕਿਵੇਂ ਕਿਸੇ ਨੂੰ ਇੱਦਾਂ ਦੀ ਕੋਈ ਗੱਲ ਕਹਿ ਦੇਵਾਂ, ਇੱਦਾਂ ਦਾ ਕੰਮ ਕਰ ਲਵਾਂ ਕਿ ਲੋਕੀ ਦੇਖ ਕੇ ਮੇਰੀਆਂ ਗੱਲਾਂ 'ਚ ਫਸ ਜਾਣ। ਅਤੇ ਜਿਹੜਾ ਮੇਰਾ ਵੇਸ ਹੈ ਨਾ, ਮਲੂਕੀ, ਮਲੂਕ, ਗਰੀਬ, ਫਕੀਰ, ਸੰਤ, ਸੂਫੀ, ਮਹਾਰਾਜ ਕਹਿੰਦੇ ਬਾਹਰੋਂ ਭੇਸ਼ ਸੂਫੀਆਂ ਵਰਗਾ, ਪਹਿਰਾਵਾ ਗੁਰਬਾਣੀ 'ਚ ਲਿਖਿਆ ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਲੋਕੀ ਦਰਵੇਸ਼ ਕਹਿਣ ਮੈਨੂੰ, ਪਰ ਇਸ ਤਰ੍ਹਾਂ ਦੇ ਜੀਵਨ ਵਾਲੇ ਬੰਦੇ ਦੀ ਹਾਲਤ ਇਹ ਹੁੰਦੀ ਹੈ। ਮਹਾਰਾਜ ਕਹਿੰਦੇ ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਇਹ ਹਾਲਤ ਹੈ। ਮਹਾਰਾਜ ਕਹਿੰਦੇ ਮੇਰੀ ਜਿਹੜੀ ਸੁਰਤ ਹੈ, ਫਾਹੀ ਸੁਰਤ, ਮਲੂਕੀ ਵੇਸ। ਸੁਰਤ ਫਾਹੀ ਵਾਲੀ ਹੈ, ਲੋਕਾਂ ਨੂੰ ਠੱਗਣ ਵਾਲੀ, ਔਰ ਮੇਰਾ ਵੇਸ, ਮੇਰਾ ਪਹਿਰਾਵਾ ਫਕੀਰਾਂ ਵਾਲਾ ਬਣਿਆ ਹੈ। ਮੈਂ ਐਡਾ ਵੱਡਾ ਠੱਗ ਹਾਂ, ਪੂਰੇ ਦੇਸ਼ ਨੂੰ ਕਿਉਂ ਨਾ ਠੱਗ ਜਾਵਾਂ ਇਕੱਲਾ ਹੀ। ਫਿਰ ਵੀ ਆਪਣੇ ਆਪ ਨੂੰ ਸੰਤ, ਆਪਣੇ ਆਪ ਨੂੰ ਧਰਮੀ ਸਿੱਧ ਕਰਨ ਦਾ ਯਤਨ ਕਰਦਾ ਹਾਂ। ਲੋਕਾਂ ਦੀ ਨਜ਼ਰ 'ਚ ਸਿਆਣਾ ਬਣ ਬਹਿੰਦਾ ਹਾਂ ਵੀ ਇਹ ਜੀ ਬੜਾ ਸਿਆਣਾ ਹੈ, ਬੜਾ ਵਿਦਵਾਨ ਹੈ, ਬੜਾ ਦਾਨਾ ਹੈ, ਬੜਾ ਪੜ੍ਹਿਆ ਲਿਖਿਆ ਹੈ। ਪਰ ਮਹਾਰਾਜ ਕਹਿੰਦੇ ਨਹੀਂ, ਹਾਂ ਤੇ ਆਪਣੇ ਆਪ ਨੂੰ ਸਿਆਣਾ, ਪਰ ਮਹਾਰਾਜ ਕਹਿੰਦੇ ਖਰਾ ਸਿਆਣਾ ਬਹੁਤਾ ਭਾਰ, ਦੇਖਣ ਨੂੰ ਸਿਆਣਾ ਪਰ ਆਪਣੇ ਅੰਦਰ ਆਤਮੇ ਮਨ ਉੱਤੇ ਪਾਪਾਂ ਦਾ ਬੋਝ ਚੁੱਕੀ ਫਿਰਦਾ। ਕਿੰਨਾ ਕੁ ਸਮਾਂ ਕੋਈ ਬੋਝ ਚੁੱਕੀ ਜਿਉਂ ਸਕੇਗਾ? ਨਹੀਂ ਜਿਉਂ ਸਕਦਾ। ਹੇ ਕਰਤਾਰ, ਹੇ ਵਾਹਿਗੁਰੂ, ਮੇਰਾ ਇਸ ਤਰ੍ਹਾਂ ਦਾ ਧਾਨਕਾਂ ਵਾਲਾ ਰੂਪ ਹੈ, ਭੈੜਾ ਰੂਪ ਕੀਤਾ ਹੈ। ਹਰਾਮ ਖੋਰ ਕਿਸੇ ਨੂੰ ਕਹਿ ਦਈਏ ਤੇ ਅਗਲਾ ਸਾਧ ਸੰਗਤ ਜੀ ਗੁੱਸਾ ਕਰ ਜਾਂਦਾ। ਮਹਾਰਾਜ ਕਹਿੰਦੇ ਹਰਾਮ ਖੋਰੀ ਤਾਂ ਮੈਂ ਆਪ ਕਰ ਰਿਹਾ ਗੁਰੂ ਜੀ, ਸਾਨੂੰ ਸਾਰਿਆਂ ਉੱਤੇ ਲਾਗੂ ਹੁੰਦੀ ਗੱਲ। ਕਿਉਂ ਜੀ? ਹਰਾਮ ਖੋਰ ਉਹ ਹੁੰਦਾ ਹੈ ਜਿਹੜਾ ਕਿਸੇ ਦੇ ਕੀਤੇ ਨੂੰ ਭੁੱਲ ਜਾਏ, ਕਿਸੇ ਦਾ ਖਾ ਕੇ ਉਹਨੂੰ ਹਰਾਮ ਕਰਦਾ ਹੈ, ਉਹਨੂੰ ਹਰਾਮ ਖੋਰ ਕਹਿੰਦੇ। ਮਹਾਰਾਜ ਕਹਿੰਦੇ ਮੈਂ ਕੀਤਾ ਨਾ ਜਾਤਾ, ਜਿਹਨੇ ਮੈਨੂੰ ਕੀਤਾ, ਜਿਹਨੇ ਮੈਨੂੰ ਬਣਾਇਆ, ਜਿਸ ਵਾਹਿਗੁਰੂ ਨੇ ਮੈਨੂੰ ਬਣਾਇਆ, ਜਿਹਨੇ ਮੈਨੂੰ ਅੱਖਾਂ ਦਿੱਤੀਆਂ, ਜਿਹਨੇ ਮੈਨੂੰ ਕੰਨ ਦਿੱਤੇ, ਜਿਹਨੇ ਮੈਨੂੰ ਰਸਨਾ ਦਿੱਤੀ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਐਸੇ ਪਰਮਾਤਮਾ ਨੂੰ ਭੁੱਲ ਬੈਠਾ। ਤੇ ਮਹਾਰਾਜ ਕਹਿੰਦੇ ਫਿਰ ਇਸੇ ਕਰਕੇ ਹਰਾਮ ਖੋਰ ਕਹਿੰਦੇ ਆ। ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਹਰਾਮ ਖੋਰ ਭਾਵ ਪਰਮਾਤਮਾ ਨੂੰ ਭੁੱਲਣ ਵਾਲਾ, ਉਹਦੀਆਂ ਦਿੱਤੀਆਂ ਦਾਤਾਂ ਨੂੰ ਲੈ ਕੇ ਕਹਿਣਾ ਪਿਆ ਮੈਨੂੰ ਕੀ ਦਿੱਤਾ ਹੈ। ਮੇਰੇ ਤੋਂ ਵੀ ਵੱਡਾ ਕੋਈ ਚੋਰ ਹੋ ਸਕਦਾ?
मैं किहड़ा मूँह लैके तेरे दर ते जावांगा। तू मैनू सब कुछ दिता, पर मैं आख्या तू मैनू कुछ भी नहीं दिता। 10 वस्तु ले पाछै पावै, एक वस्त कारण बिखोट गवावै। 10 भीना दे एक भीना दे 10 भीर ले, तो मूढ़ा कहो कहा करे। जिस ठाकुर से नाही चारा, ता कहो कीजा सद नमस्कारा। महाराज कहते 10 चीज़ां लैके पिछे रख लईआं, उन्होंने भुल गया। एक ना मिले तो कहता मैनू की दिता, विश्वास गवाई जाता। तो महाराज समझाउंदे जे ਜਿਹੜੀਆਂ ਪਹਿਲਾਂ ਦਿੱਤੀਆਂ ਜੇ ਉਹ भी ਖੋਹ ਲਵੇ ਤੇ ਜਿਹੜੀ तू होर मंगदा ਉਹ भी ना दवे। एक भीना दे 10 भीर ले, तो मूढ़ा कहो कहा करे। मूर्खा दस तू किहड़ी डांग मार लेंगा, तू की कर लेंगा। जिस ठाकुर से नहीं चारा, वो ते तेरा कोई जोर नहीं। ता कहो कीजा सद नमस्कारा। ਉਹਦੇ ਅੱਗੇ ਝੁਕ ਕੇ ਰਿਹਾ ਕਰ। ਉਹਦੇ ਅੱਗੇ ਝੁਕਣ ਵਾਲੇ, ਉਹਦੇ ਅੱਗੇ ਸਿਰ ਝੁਕਾਉਣ ਵਾਲਿਆਂ ਨੇ ਮਾਣ ਪ੍ਰਾਪਤ ਕੀਤਾ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਸ਼ਬਦ ਅੰਦਰ ਨੀਚ ਬਿਰਤੀ ਵਾਲੇ ਬੰਦਿਆਂ ਦੀ ਵਿਚਾਰ ਕੀਤੀ ਹੈ। ਜਿਹੜੇ ਧਾਨਕਾਂ ਵਾਲਾ ਰੂਪ ਧਾਰਨ ਕਰੀ ਬੈਠੇ, ਬਾਹਰੋਂ ਤਾਂ ਸੂਫੀ ਬਣਦੇ, ਬਾਹਰੋਂ ਤਾਂ ਸੰਤ ਬਣਦੇ, ਬਾਹਰੋਂ ਤਾਂ ਸਿਆਣੇ ਬਣਦੇ, ਬਾਹਰੋਂ ਤਾਂ ਪੰਡਿਤ ਦਾਨੇ ਪੜ੍ਹੇ ਲਿਖੇ ਬਣਦੇ, पर अंदर निंदा है, अंदर चुगली है, अंदर लोभ है, अंदर पराया हक है, अंदर झूठ है, अंदर तृष्णा है, अंदर आशा है, अंदर दूजे नूं फसाउण दी लालसा है। महाराज कहंदे फिर वो धानक असल वो है। बाहरला पहरावा किसी का, जाति करके कोई किसी जात च जन्म लै ले, उन्होंने नीवा नहीं जानना चाहिए। ਇਹ ਪਾਵਨ ਸ਼ਬਦ ਸ਼੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਚੀ ਸੁਰ ਵਿੱਚ ਅਲਾਪਿਆ। ਜਿਹੜੀ ਉੱਚੀ ਸੁਰ ਵਿੱਚ ਇਹ ਸ਼ਬਦ ਗਾਇਆ, ਜਿਹਦੇ ਅਸੀਂ ਅਰਥ ਕੀਤੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਪੜ੍ਹਦੇ ਪੜ੍ਹਦੇ ਸ਼ਬਦ ਇਹ ਬਾਣੀ ਦਾ ਅੱਗੇ ਜਾ ਰਹੇ। ਆਪਣਾ ਭੇਖ ਵੀ ਇੱਦਾਂ ਦਾ ਹੀ ਕੀਤਾ, ਹੱਥ ਵਿੱਚ ਸੋਟਾ ਫੜਿਆ, ਅੱਗੇ ਸੂਰ ਲਾਏ, ਪਿੱਛੇ ਕੁੱਤੇ ਲਾਏ, ਤੇ ਸਿੱਖ ਕੋਈ ਨੇੜੇ ਵੀ ਨਹੀਂ ਲੱਗਦਾ ਹੈ। ਗੁਰੂ ਜੀ ਤੁਰਦੇ ਤੁਰਦੇ ਜੰਗਲ ਵੱਲ ਨੂੰ ਚਲੇ ਗਏ। ਜਿੱਧਰ ਜੰਗਲ ਹੈ, ਬਹੁਤ ਜ਼ਿਆਦਾ ਜੰਗਲ ਹੈ ਨਾ, ਝਾੜ ਬੀਆਬਾਨ ਹੈ, ਉਧਰ ਨੂੰ ਚਲੇ ਗਏ ਹਨ। ਮਹਾਰਾਜ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੁਖਾਰਬਿੰਦ ਦਾ ਤੇਜ ਹੈ ਨਾ ਜੀ, ਮੱਥੇ ਦਾ, ਉਹ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਕੋਈ ਕਿ ਕਿਹਦੇ ਵਰਗਾ ਹੈ, ਸੂਰਜ ਵਰਗਾ ਜਾਂ ਚੰਦਰਮਾ ਵਰਗਾ। ਨਾ, ਚੰਦਰਮਾ ਵਿੱਚ ਵੀ ਔਗਣ ਹੈ, ਦੋਸ਼ ਹੈ, ਉਹਦੇ ਵਿੱਚ ਵੀ ਦਾਗ ਹੈ। ਕਹਿ ਨਹੀਂ ਸਕਦੇ ਗੁਰੂ ਨਾਨਕ ਦੇਵ ਜੀ ਦਾ ਚਿਹਰਾ ਜਿਹੜਾ ਚੰਦਰਮਾ ਦੀ ਤਰ੍ਹਾਂ ਹੈ, ਸੂਰਜ ਦੀ ਤਰ੍ਹਾਂ ਵੀ ਨਹੀਂ ਕਹਿ ਸਕਦੇ। ਸੂਰਜ ਦੇ ਨੇੜੇ ਕੋਈ ਜਾਵੇ ਤੇ ਸੂਰਜ ਵੀ ਸਾੜ ਦਿੰਦਾ, ਤਪਸ਼ ਦਿੰਦਾ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਚਿਹਰਾ ਹੈ ਨਾ, ਉਹਦਾ ਜਿਹੜਾ ਤੇਜ ਹੈ, ਉਹ ਨਮੋ ਤੇਜ ਤੇਜੇ, ਉਹਦੇ ਅੱਗੇ ਨਮਸਕਾਰ ਕਰਨੀ ਬਣਦੀ, ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਮਹਾਰਾਜ ਜੀ ਦਾ ਐਸਾ ਇਹ ਰੌਦਰਮਈ ਸਰੂਪ ਹੈ ਕਿ ਗੁਰੂ ਜੀ ਵੱਲ ਤੱਕਿਆ ਵੀ ਨਹੀਂ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਵੱਲ ਕਿਹੜਾ ਤੱਕੇ। ਇਸ ਤਰ੍ਹਾਂ ਦਾ ਮਹਾਰਾਜ ਜੀ ਨੇ ਪਹਿਰਾਵਾ ਬਣਾਇਆ ਤੇ ਆਪਣਾ ਸਮਾਂ ਇੱਦਾਂ ਦਾ ਬਤੀਤ ਕਰ ਰਹੇ ਹਨ। ਜੰਗਲ ਵੱਲ ਨੂੰ ਜਾ ਰਹੇ, ਇਸ ਤਰ੍ਹਾਂ ਦਾ ਰੂਪ ਹੈ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਨਾਲੇ ਰਹੇ, ਉਹਨਾਂ ਸਾਥ ਨਾ ਛੱਡਿਆ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ, ਹੱਥ ਜੋੜ ਕੇ ਭਾਈ ਲਹਿਣਾ ਜੀ ਕਹਿੰਦੇ, ਗੁਰੂ ਜੀ ਆ ਜਿਹੜਾ ਤੁਸੀਂ ਰੂਪ ਧਾਰਨ ਕੀਤਾ ਹੈ ਨਾ, ਆ ਜਿਹੜਾ ਬਾਹਰਲਾ ਭੇਖ, ਗੁਰੂ ਜੀ ਇਹ ਕਿੱਦਾਂ ਦਾ ਭੇਖ ਹੈ। ਸਾਰੇ ਸਿੱਖ ਵੇਖ ਕੇ ਅਚੰਭੇ ਵਿੱਚ ਚਲੇ ਗਏ, ਅਚਰਜ ਵਿੱਚ ਹੈਰਾਨ ਹੋ ਗਏ ਹਨ। ਮਹਾਰਾਜ ਇੱਦਾਂ ਦਾ ਰੂਪ ਵੇਖ ਕੇ ਉਹ ਕਿੰਨਿਆਂ ਨੇ ਸਾਥ ਛੱਡ ਦਿੱਤਾ ਹੈ।
हे ਗੁਰੂ ਨਾਨਕ ਦੇਵ ਜੀ ਮਹਾਰਾਜ, ਹੁਣ ਆਹ ਦੇਖੋ ਕੋਈ ਵੀ ਨਾਲ ਨਹੀਂ ਆ ਰਿਹਾ, ਸਾਰੇ ਪਿੱਛੇ ਮੁੜ ਗਏ ਹਨ। ਮਹਾਰਾਜ ਜੀ ਮੈਂ ਇਕੱਲਾ ਹੀ ਹਾਂ ਜੀ, ਸਤਿਗੁਰੂ ਮੈਂ ਜਾ ਨਹੀਂ ਸਕਦਾ ਕਿਤੇ, ਕਿੱਧਰ ਜਾਵਾਂ, ਮੇਰੇ ਕੋਲ ਤੇ ਥਾਂ ਹੀ ਨਹੀਂ ਕਿਤੇ ਜਾਵਾਂ ਤੁਹਾਡੇ ਤੋਂ ਬਿਨਾਂ, ਇਸ ਲਈ ਮੇਰੇ ਕੋਲ ਤੇ ਤੁਹਾਡੇ ਪਿੱਛੇ ਆਉਣ ਤੋਂ ਬਿਨਾਂ ਕੋਈ ਮਾਰਗ ਨਹੀਂ ਹੈ। हे ਪਾਤਸ਼ਾਹ, ਨਾ ਮੈਂ ਸਮਝਦਾ ਕੋਈ ਕਸਵੱਟੀ ਹੈ, ਨਾ ਮੈਂ ਕੋਈ ਸਹਾਰਨ ਵਾਲਾ, ਮੈਂ ਤੇ ਹੈ ਹੀ ਨਹੀਂ, ਜੋ ਤੁਸੀਂ ਕਹਿੰਦੇ ਹੋ ਮੈਂ ਉਹ ਕਰੀ ਜਾਣਾ ਹੈ। ਹਾ ਕੈਸੀ ਅਵਸਥਾ ਹੈ ਭਾਈ ਲਹਿਣਾ ਜੀ ਦੀ। ਕਵੀ ਜੀ ਕਹਿੰਦੇ ਤੇ ਉਹ ਅਵਸਥਾ ਹੈ, ਤਾਨ ਮਨ ਵੇਚ ਕੇ ਨਾ ਆਪਣਾ ਗੁਰੂ ਦਾ ਪ੍ਰੇਮ ਮੁੱਲ ਖਰੀਦ ਲਿਆ, ਗੁਰੂ ਦੇ ਕੋਲੋਂ ਪ੍ਰੇਮ ਲੈ ਲਿਆ ਹੈ। ਮਹਾਰਾਜ ਜੀ ਭਾਵੇਂ ਮਾਰ ਲਓ ਭਾਵੇਂ ਛੱਡ ਲਓ, ਮੈਂ ਤਾਂ ਗੋਲਾ ਮੁੱਲ ਖਰੀਦ ਕਾਰੀ ਜੂਬਣਾ ਵਾਲੀ ਗੱਲ ਹੈ ਜੀ। ਮੇਰੇ ਵਿੱਚ ਮੇਰਾ ਕੁਛ ਹੈ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮਾਰਨਾ ਮਾਰ ਦਿਓ, ਰੱਖਣਾ ਰੱਖ ਲਓ, ਜ਼ਿੰਦਗੀ ਵੀ ਤੁਹਾਡੀ, ਮੌਤ ਵੀ ਦੇਣੀ ਉਹ ਵੀ ਮੇਰੇ ਲਈ ਜ਼ਿੰਦਗੀ ਹੀ ਹੈ। हे ਗੁਰੂ ਨਾਨਕ ਦੇਵ ਮਹਾਰਾਜ, ਤੁਹਾਡੇ ਦਿਲ 'ਚ ਪਾਉਂਦਾ ਹੈ ਤਾਂ ਜੀਵਨ ਦੇ ਦਿਓ, ਜਿਉਂਦਾ ਰੱਖ ਲਓ। ਮਹਾਰਾਜ ਤੁਹਾਡੇ ਲਈ ਹੀ ਮੇਰਾ ਜੀਵਨ ਹੈ, ਤੁਹਾਡੇ ਲਈ ਜ਼ਿੰਦਗੀ ਹੈ, ਤੁਹਾਡੇ ਲਈ ਹੀ। ਤੁਸੀਂ ਮਾਰਨਾ ਚਾਹੋ ਤਾਂ ਮਾਰ ਲਓ, ਜਾਨ ਕੱਢ ਲਓ, ਸਭ ਕੁਝ ਤੁਹਾਡਾ ਹੀ ਹੈ। ਗੁਰੂ ਪਾਤਸ਼ਾਹ ਜੀ, ਮੈਂ ਤੇ ਆਪਣੇ ਵੱਡੇ ਭਾਗ ਸਮਝਦਾ ਹਾਂ, ਮੇਰੇ ਮਨ ਵਿੱਚ ਤੇ ਹਮੇਸ਼ਾ ਇਹ ਲਾਲਸਾ ਰਹਿੰਦੀ ਹੈ ਕਿ ਮੇਰਾ ਸਰੀਰ ਕਿਤੇ ਤੁਹਾਡੇ ਹੁਕਮ ਅਨੁਸਾਰ ਲੇਖੇ ਲੱਗ ਜਾਏ। ਗੁਰਸਿੱਖ ਲਈ ਤੇ ਇਹੀ ਵੱਡੀ ਗੱਲ ਹੈ ਕਿ ਗੁਰੂ ਦੇ ਵਚਨਾਂ ਉੱਤੋਂ ਆਪਣਾ ਤਨ ਮਨ ਵਾਰ ਦੇਵੇ, ਉਹਦੇ ਲਈ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਮਹਾਰਾਜ ਮੇਰੇ ਮਨ ਵਿੱਚ ਇਹ ਵੇਖ, ਤੁਹਾਡਾ ਵੇਖ ਕੇ ਕੋਈ ਭਰਮ ਨਹੀਂ ਹੈ। ਮਹਾਰਾਜ ਇਹ ਤੁਹਾਡੀਆਂ ਤੁਸੀਂ ਜਾਣੋ, ਮੈਨੂੰ ਨਹੀਂ ਪਤਾ ਇਹ ਸਾਂਗ ਜਿਹੜਾ ਇਹ ਤੁਸੀਂ ਬਾਹਰੀ ਪਹਿਰਾਵੇ ਦਾ ਬਣਾਇਆ ਕਿਉਂ ਕੀਤਾ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਭਾਈ ਲਹਿਣੇ ਦੇ ਵਚਨ ਸੁਣੇ ਨਾ, ਉਹਦੇ ਵੱਲ ਨੂੰ ਵੇਖ ਕੇ ਤੇ ਵਚਨ ਕੀਤੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਗੁਰਸਿੱਖਾਂ ਦੇ ਪਾਰ ਉਤਾਰ ਕਰਨ ਵਾਲੇ, ਮਾਨਵਤਾ ਦੇ ਨਰਕਾਂ ਨੂੰ ਕੱਟਣ ਵਾਲੇ, ਮਨੁੱਖਾਂ ਨੂੰ ਨਰਕਾਂ 'ਚੋਂ ਪੈਣ ਤੋਂ ਬਚਾਉਣ ਵਾਲੇ ਸਤਿਗੁਰੂ ਜੀ ਭਾਈ ਲਹਿਣਾ ਜੀ ਦਾ ਵਚਨ ਸੁਣ ਕੇ ਨਾ ਬੋਲੇ ਪ੍ਰੇਮ ਨਾਲ, ਕਹਿੰਦੇ ਗੱਲ ਸੁਣੋ ਲਹਿਣਾ ਜੀ, ਭਾਈ ਲਹਿਣਿਆ ਸਾਡੇ ਮਨ 'ਚ ਇੱਦਾਂ ਹੀ ਰਹਿਣਾ ਆਉਂਦਾ ਸੀ ਤਾਂ ਇੱਦਾਂ ਹੀ ਰਵਾਂਗੇ। ਪਰਖ ਕਰਨੀ ਹੈ ਨਾ, ਢਿੱਲੀ ਥੋੜ੍ਹਾ ਕਰਨੀ ਕੋਈ ਗੱਲ, ਦੱਸਣਾ ਥੋੜ੍ਹਾ, ਅਸੀਂ ਤੇ ਇੱਦਾਂ ਹੀ ਰਹਿਣਾ ਹੈ, ਤੂੰ ਨਾਲ ਰਹਿਣਾ ਰਹਿ, ਨਹੀਂ ਤੇ ਨਾ ਰਹੋ। ਮਹਾਰਾਜ ਕਹਿੰਦੇ ਭੱਜਣ ਵਾਲੇ ਭੱਜ ਗਏ, ਭੱਜਣ ਦਿਓ। ਮੈਨੂੰ ਵੀ ਇੱਦਾਂ ਦੇ ਲੋਕ ਚੰਗੇ ਨਹੀਂ ਲੱਗਦੇ, ਮੈਨੂੰ ਵੀ ਨਹੀਂ ਪਾਉਂਦਾ ਇਸ ਤਰ੍ਹਾਂ ਦਾ ਕਿ ਇਸ ਤਰ੍ਹਾਂ ਦੇ ਲੋਕਾਂ ਦਾ ਜਿਹੜੇ ਕੇਵਲ ਦੁਨਿਆਵੀ ਪਦਾਰਥਾਂ ਦੀ ਉਹ ਇੱਛਾ ਰੱਖੀ ਜਾਣ, ਕੇਵਲ ਦੁਨਿਆਵੀ ਚੀਜ਼ਾਂ ਦੀ ਉਹ ਲਾਲਸਾ ਰੱਖੀ ਫਿਰਨ, ਉਹੀ ਸਾਡੇ ਕੋਲ ਰਹਿਣ, ਇਹ ਵੀ ਕਦੇ ਨਹੀਂ ਪਾਉਂਦਾ ਸਾਨੂੰ। ਭਾਈ ਲੈਣਿਆ ਤੂੰ ਇੰਨਾ ਟਾਈਮ ਕਿਉਂ ਹੋ ਗਿਆ ਇੱਥੇ ਰੁਕੇ ਨੂੰ, ਤੂੰ ਕਾਹਤੋਂ ਨਹੀਂ ਚਲਾ ਜਾਂਦਾ, ਤੂੰ ਵੀ ਇੱਥੋਂ ਚਲਾ ਜਾ, ਜਾ ਸਾਨੂੰ ਕਿਸੇ ਦੀ ਲੋੜ ਨਹੀਂ। ਇੱਦਾਂ ਗੁਰੂ ਨਾਨਕ ਸਾਹਿਬ ਨੇ ਬਚਨ ਆਖੇ, ਦੇਖਦੇ ਕਿ ਕਿਹੜਾ ਗੁਰਸਿੱਖ ਕਸਵੱਟੀ 'ਤੇ ਪੂਰਾ ਉਤਰਦਾ ਹੈ। ਹਾਲਾਂਕਿ ਗੁਰੂ ਨਾਨਕ ਸਾਹਿਬ ਨੂੰ ਸਭ ਪਤਾ ਹੈ ਕਿ ਇਹ ਧੁਰ ਦਰਗਾਹੋਂ ਗੁਰੂ ਅਵਤਾਰ ਆਏ ਹਨ, ਇਹਨਾਂ 'ਤੇ ਮਸਤਕ 'ਤੇ ਮੋਹਰ ਹੈ, ਪਰ ਸਾਧ ਸੰਗਤ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਿੱਖਾਂ ਨੂੰ ਵੀ ਤਾਂ ਦੱਸਣਾ ਸੀ ਨਾ। ਕੱਲ੍ਹ ਨੂੰ ਕੋਈ ਦਾਵਾ ਕਰਦਾ
ਤੇ ਤਾਈਓ ਸਿੱਖਾਂ ਦੇ ਵਿੱਚ ਪ੍ਰਗਟ ਹੋਣਾ ਸੀ। ਭਾਈ ਲਹਿਣਾ ਗੱਦੀ ਤੇ ਬੈਠੇ, ਕਾਰਨ ਕੀ ਆ? ਜੇ ਚੁੱਪ ਕਰਕੇ ਗੱਦੀ ਦੇ ਦਿੰਦੇ ਤੇ ਬਹੁਤਿਆਂ ਨੇ ਦਾਅਵੇਦਾਰ ਹੋ ਜਾਣਾ ਸੀ, ਆਖਣਾ ਸੀ ਸਾਡੇ 'ਚ ਕੀ ਕਮੀ ਆ। ਇਸ ਲਈ ਪਰਖ ਨਹੀਂ, ਇਹ ਤੇ ਦੂਜਿਆਂ ਦਾ ਕਹਿ ਲਓ ਕਿ ਦੂਜਿਆਂ ਦਾ ਭਰਮ ਕੱਟਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੇ ਪਤਾ ਹੀ ਹੈ ਕਿ ਇਹ ਮਾਲਕ ਨੇ ਗੁਰਿਆਈ ਦੇ, ਪਰ ਸਾਡੀ ਭਾਸ਼ਾ 'ਚ ਉਹਨੂੰ ਪਰਖ ਕਹਿ ਲੈਂਦੇ ਹਾਂ। ਪਰ ਗੁਰੂ ਨੂੰ ਤੇ ਸਭ ਪਤਾ ਹੈ ਕਿ ਇਹੀ ਮਾਲਕ ਹਨ, ਪਰ ਦੂਜਿਆਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਲਾਮ ਲਪੇਟ ਨਾ ਰਹਿ ਜਾਏ। ਕੋਈ ਕੱਲ੍ਹ ਨੂੰ ਆਖ ਨਾ ਦੇਵੇ ਜੀ ਲਹਿਣੇ ਨੂੰ ਕਿਉਂ ਗੱਦੀ ਦਿੱਤੀ ਜੀ, ਇਹਨਾਂ 'ਚ ਕਿਹੜੀ ਐਸੀ ਗੱਲ ਸੀ ਜਿਹੜੀ ਸ਼੍ਰੀ ਚੰਦ ਜੀ ਵਿੱਚ ਨਹੀਂ ਸੀ, ਜਿਹੜੀ ਲਖਮੀ ਦਾਸ ਵਿੱਚ ਨਹੀਂ ਸੀ, ਜਾਂ ਕਿਸੇ ਹੋਰ ਸਿੱਖ ਵਿੱਚ ਨਹੀਂ ਸੀ। ਇਸ ਲਈ ਸਾਰਿਆਂ ਨੂੰ ਪ੍ਰਗਟ ਕਰਕੇ ਦਿਖਾਉਣਾ ਚਾਹੁੰਦੇ ਹਨ। ਗੁਰੂ ਜੀ ਨੇ ਭਾਈ ਲਹਿਣੇ ਨੂੰ ਆਖਿਆ, ਲਹਿਣਿਆ ਤੂੰ ਵੀ ਸਾਡੇ ਕੋਲ ਕੀ ਕਰਦਾ, ਤੂੰ ਵੀ ਪਿੱਛੇ ਹਟ ਜਾ, ਜਾਂ ਨੱਠ ਜਾ ਇੱਥੋਂ। ਤੂੰ ਸਾਡਾ ਬਚਨ ਜੇ ਮੰਨਦਾ ਹੋਵੇਂ, ਜਾ ਸਾਡੇ ਕੋਲ ਨਾ ਰੁਕ, ਜਾਂ ਸਾਨੂੰ ਛੱਡ ਜਾ ਤੇ ਸਾਡੇ ਕੋਲੋਂ ਦੂਰ ਨੱਠ ਜਾ। ਭਾਈ ਲਹਿਣੇ ਨੇ ਗੁਰੂ ਨਾਨਕ ਦੇਵ ਦੇ ਵਚਨ ਸੁਣੇ ਤੇ ਹੱਥ ਜੋੜ ਕੇ ਖੜ ਗਏ ਹਨ ਤੇ ਸੋਚੀ ਪੈ ਗਏ ਵੀ ਗੁਰੂ ਜੀ ਦਾ ਵਚਨ ਮੈਂ ਜ਼ਿੰਦਗੀ 'ਚ ਕਦੇ ਨਹੀਂ ਮੋੜਿਆ। ਜੋ ਗੁਰੂ ਜੀ ਨੇ ਆਖਿਆ ਉਹ ਕੀਤਾ। ਜੇ ਗੁਰੂ ਨੇ ਆਖਿਆ ਬਾਹਰ ਦਿਨ ਹੈ ਰਾਤ ਨੂੰ, ਤੇ ਉਹਨਾਂ ਆਖਿਆ ਜੀ ਰਾਤ ਹੈ ਤੁਹਾਡੇ ਭਾਣੇ 'ਚ। ਜੇ ਗੁਰੂ ਨੇ ਦਿਨ ਨੂੰ ਆਖਿਆ ਲੱਗਦਾ ਲੈਣਿਆ ਰਾਤ ਹੈ, ਉਹਨਾਂ ਆਖਿਆ ਮਹਾਰਾਜ ਰਾਤ ਹੈ। ਤਾਂ ਇਸ ਤਰੀਕੇ ਗੁਰੂ ਕਾ ਸਿੱਖ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਵਾਲੀ ਦਸ਼ਾ 'ਚ ਪਹੁੰਚਿਆ ਹੋਇਆ। ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਕਹਿ ਦਿੱਤਾ ਜਾ ਲੈਣਿਆ ਸਾਨੂੰ ਛੱਡ ਕੇ ਚਲਾ ਜਾ। ਹੁਣ ਬੜੀ ਇੱਥੇ ਸੋਚਣ ਵਾਲੀ ਵਿਚਾਰ ਸੀ ਕਿ ਕੀ ਕਰਾਂ, ਗੁਰੂ ਜੀ ਦੇ ਕੋਲ ਰਵਾਂ ਜਾਂ ਛੱਡ ਕੇ ਜਾਵਾਂ, ਮੈਂ ਬਚਨ ਨਹੀਂ ਜੇ ਮੋੜਿਆ। ਗੁਰੂ ਨਾਨਕ ਸਾਹਿਬ ਦਾ ਬਚਨ ਕਦੇ ਮੋੜਿਆ ਨਹੀਂ। ਗੁਰੂ ਜੀ ਦੀ ਗੱਲ ਮੈਂ ਹਮੇਸ਼ਾ ਸਿਰ ਮਸਤਕ ਤੇ ਧਾਰੀ ਹੈ। ਭਾਈ ਲਹਿਣੇ ਨੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਤੇ ਹੱਥ ਜੋੜ ਆਖਿਆ, ਬਾਬਾ ਜੀ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ, ਮੈਨੂੰ ਕੁਝ ਨਹੀਂ ਪਤਾ, ਮੈਨੂੰ ਹੁਕਮ ਕਰੋ ਮੈਂ ਕੀ ਕਰਾਂ, ਬਸ ਮੈਂ ਤਾਂ ਬਚਨ ਮੰਨਣ ਵਾਲਾ। ਗੁਰੂ ਜੀ ਕਹਿੰਦੇ ਚੱਲ ਵਾਪਸ ਮੁੜ ਜਾ। ਹੁਣ ਗੁਰੂ ਜੀ ਦਾ ਬਚਨ ਨਹੀਂ ਮੋੜਨਾ ਸੀ, ਹੱਥ ਜੋੜਿਆ ਤੇ ਪਰਾਂ ਨੂੰ ਮੂੰਹ ਕਰਕੇ ਮੁੜ ਗਏ ਹਨ। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਵੱਲ ਨੂੰ ਤੱਕਿਆ, ਉੱਚੀ ਦੇਣੇ ਉਚਾਰ ਕੇ ਵਚਨ ਕੀਤਾ ਤੇ ਕਹਿਣ ਲੱਗੇ, ਲੈਣਿਆ ਪਿੱਛੇ ਨਾ ਝਾਕੀ, ਜੇ ਤੂੰ ਇੱਧਰ ਨੂੰ ਮੂੰਹ ਕੀਤਾ ਨਾ ਮੁੜ ਕੇ ਤਾਂ ਆਪਣਾ ਕੀਤੇ ਦਾ ਫਲ ਤੈਨੂੰ ਮਿਲੇਗਾ। ਸਾਡਾ ਬਚਨ ਮੰਨ ਲੈ, ਚੁੱਪ ਕਰਕੇ ਅੱਗੇ ਚਲਾ ਜਾ। ਜੰਗਲ ਦੇ ਵਿੱਚੋਂ ਗੁਰੂ ਜੀ ਕਹਿੰਦੇ ਜਾ ਨੱਠ ਜਾ ਇੱਥੋਂ, ਸਾਡੇ ਨੇੜੇ ਨਾ ਆ, ਜਾ ਭੱਜਿਆ ਜਾ, ਸਾਡੇ ਕੋਲ ਨਹੀਂ ਆਉਣਾ ਮੁੜ ਕੇ ਤੂੰ। ਹੁਣ ਇੱਕ ਪਾਸੇ ਪ੍ਰੇਮ ਹੈ, ਗੁਰੂ ਜੀ ਨੂੰ ਛੱਡ ਨਹੀਂ ਸਕਦਾ, ਦੂਜੇ ਪਾਸੇ ਗੁਰੂ ਦਾ ਬਚਨ ਹੈ। ਗੁਰੂ ਕੇ ਸਿੱਖ ਨੇ ਗੁਰੂ ਦੇ ਬਚਨ ਨੂੰ ਤਰਜੀਹ ਦਿੱਤੀ। ਸਾਧ ਸੰਗਤ ਆਪਣੇ ਪ੍ਰੇਮ ਨੂੰ ਵੀ, ਹਾਲਾਂਕਿ ਪ੍ਰੇਮ ਐਸੀ ਸ਼ੈ ਹੁੰਦੀ ਛੱਡੀ ਨਹੀਂ ਜਾਂਦੀ, ਪਰ ਪ੍ਰੇਮ ਵੀ ਬਣਿਆ, ਪ੍ਰੇਮ ਦੀ ਕਸ਼ਿਸ਼ ਪੈ ਗਈ ਜਦੋਂ ਗੁਰੂ ਜੀ ਦੇ ਬਚਨ ਨੂੰ ਮੰਨ ਕੇ ਪਿੱਛੇ ਮੁੜੇ ਨਾ, ਉੱਥੇ ਫਿਰ ਉਹਦਾ ਵੀ ਤਿਆਗ ਕਰ ਦਿੱਤਾ, ਪ੍ਰੇਮੀ ਬਣੇ ਦਾ ਵੀ, ਦੂਜਾ ਰਿਹਾ ਹੀ ਨਾ। ਪ੍ਰੇਮ ਵੀ ਦੂਜੇ ਨਾਲੇ ਹੁੰਦਾ ਜਿਹੜੀ ਕੋਈ ਸਾਹਮਣੇ ਚੀਜ਼ ਹੋਵੇ, ਪਰ ਉੱਥੇ ਦੁਐਤ ਦਾ ਵੀ ਸਾਧ ਸੰਗਤ ਜੀ ਕਹਿ ਲਓ ਵਿਲੈ ਹੋ ਜਾਣਾ, ਪਿੱਛੇ ਨੂੰ ਮੁੜ ਗਏ ਹਨ। ਬਸ ਜਿਉਂ ਭੱਜੇ ਅੱਗੇ ਨੂੰ, ਕਰਤਾਰਪੁਰ ਸਾਹਿਬ ਗੁਰਦੁਆਰੇ ਵੱਲ ਨੂੰ ਜੰਗਲ 'ਚੋਂ, ਪਿੱਛੇ ਮੁੜ ਕੇ ਵੀ ਨਾ ਤੱਕਿਆ। ਤੇ ਰਾਹ ਦੇ ਵਿੱਚ ਇਉਂ ਭੱਜੇ ਜਾਂਦੇ ਜਿਵੇਂ ਸੈਨਾ ਫੌਜ ਭੱਜਦੀ ਹੈ।
ਜਿਵੇਂ ਸਾਰੀ ਫੌਜ ਮਾਰੀ ਗਈ ਹੋਵੇ ਤੇ ਕੋਈ ਇੱਕ ਸਿਪਾਹੀ ਬਚਿਆ ਹੋਵੇ ਤੇ ਰਾਜੇ ਨੂੰ ਦੱਸਣ ਲਈ ਆਵੇ, ਕਿੰਨੀ ਕਾਹਲੀ ਦੇ ਲਈ ਆਉਂਦਾ ਹੈ। ਇੱਦਾਂ ਤੇਜ਼ੀ ਨਾਲ ਗੁਰੂ ਦਾ ਹੁਕਮ ਮੰਨ ਕੇ ਭੱਜੇ ਹਨ ਭਾਈ ਲਹਿਣਾ ਜੀ। ਭਾਈ ਲਹਿਣਾ ਜੀ ਵੀ ਇਉਂ ਭੱਜੇ ਆਏ ਹਨ। ਰਸਤੇ 'ਚ ਕਿਤੇ ਵੀ ਨਹੀਂ ਰੁਕੇ, ਭੱਜੇ ਭੱਜੇ ਆਏ, ਜੰਗਲ 'ਚੋਂ ਆ ਕੇ ਪਿੰਡ ਵਿੱਚ ਆਏ। ਕਰਤਾਰਪੁਰ ਨਗਰੇ ਗੁਰੂ ਨਾਨਕ ਸਾਹਿਬ ਨੇ ਵਸਾਇਆ ਸੀ, ਉੱਥੇ ਸਿੱਖ ਹੀ ਰਹਿੰਦੇ ਸਨ। ਬਾਹਰ ਆਏ ਤੇ ਸਿੱਖ ਬੈਠੇ ਆ। ਕਈ ਸਾਰੇ ਸਿੱਖਾਂ ਨੂੰ ਭਾਈ ਲਹਿਣਾ ਜੀ ਨੇ ਤੱਕਿਆ। ਉਹ ਵੀ ਕੁਝ ਸਿੱਖ ਐਸੇ ਨੇ ਜਿਹੜੇ ਘਰ-ਬਾਰ ਦਾ ਮੋਹ ਤਿਆਗੀ ਬੈਠੇ ਆ, ਪਰ ਕੁੱਤਕੇ ਤੋਂ ਵੀ ਡਰਦੇ ਸਨ, ਕਿਉਂਕਿ ਜਿਹੜਾ ਨੇੜੇ ਆਉਂਦਾ ਸੀ ਕੁੱਤਕਾ ਵੀ ਛੱਡਦੇ ਸਨ ਗੁਰੂ ਸਾਹਿਬ। ਭਾਈ ਲਹਿਣੇ ਦੇ ਵੀ ਮਾਰੇ, ਪਰ ਉਹਨਾਂ ਸਾਧ ਸੰਗਤ ਜੀ ਕੁੱਤਕਿਆਂ ਦੀ, ਡੰਡਿਆਂ ਦੀ ਪਰਵਾਹ, ਸੋਟਿਆਂ ਦੀ ਨਾ ਕੀਤੀ। ਜਦੋਂ ਭੱਜੇ ਆਏ ਨਾ ਤੇ ਉਹਨਾਂ ਨੇ ਵੇਖਿਆ, ਉਹ ਸਿੱਖਾਂ ਨੇ ਵੇਖਿਆ ਭਾਈ ਲਹਿਣਾ ਜੀ ਆ ਗਏ। ਸਾਰੇ ਉੱਠ ਕੇ ਭਾਈ ਲਹਿਣਾ ਜੀ ਵੱਲ ਨੂੰ, ਕੋਲ ਨੂੰ ਆਏ ਹਨ। ਉਹ ਪੁੱਛਣ ਲੱਗੇ, ਕਹਿੰਦੇ ਭਾਈ ਲਹਿਣਿਆ ਜੰਗਲ 'ਚ ਕੀ ਹੋਇਆ ਬਈ, ਤੂੰ ਕਾਹਤੋਂ ਭੱਜਿਆ ਆਇਆ, ਗੁਰੂ ਜੀ ਕਿੱਥੇ ਹਨ? ਭੱਜਿਆ ਇੰਨਾ ਤੇਜ਼ ਕਿ ਸਰੀਰ ਪਸੀਨੇ ਨਾਲ ਭਿੱਜ ਗਿਆ, ਮੁਖੜੇ ਦੇ ਉੱਤੇ ਪਸੀਨਾ ਟਪਕ ਰਿਹਾ ਹੈ। ਸਾਹ ਨਾਲ ਸਾਹ ਨਹੀਂ ਰਲਦਾ ਸਰੀਰ ਦੇ ਵਿੱਚ, ਮਾਨੋ ਕਿ ਸਾਹ ਨਾ ਹੋਵੇ, ਤੇਜ਼ੀ ਨਾਲ ਸਾਹ ਲੈਂਦੇ ਹਨ। ਕਹਿੰਦੇ ਸਿੱਖ ਕਹਿੰਦੇ ਗੁਰੂ ਜੀ ਕਿੱਥੇ ਨੇ, ਗੁਰੂ ਜੀ ਨੂੰ ਕਾਹਤੋਂ ਛੱਡਿਆ ਆ, ਕੀ ਹਾਲ ਹੈ ਗੁਰੂ ਜੀ ਦਾ, ਉੱਥੇ ਕੀ ਕਰ ਰਹੇ ਹਨ? ਇਉਂ ਕਈ ਸਾਰੀਆਂ ਗੱਲਾਂ ਇੱਕਦਮ ਸਿੱਖਾਂ ਨੇ ਮਾਨੋ ਸਵਾਲਾਂ ਦੀ ਝੜੀ ਲਾ ਦਿੱਤੀ ਹੋਵੇ। ਭਾਈ ਲਹਿਣਾ ਗੁਰੂ ਜੀ ਕਿੱਥੇ ਹਨ, ਕੀ ਬਣਿਆ, ਕਾਹਤੋਂ ਛੱਡ ਆਇਆ, ਸਾਰੀ ਗੱਲ ਦੱਸ ਦੇ। ਭਾਈ ਲਹਿਣੇ ਨੇ ਸਾਰੇ ਸਿੱਖ ਆਪਣੇ ਕੋਲ ਬਿਠਾ ਲਏ। ਉਹਨਾਂ ਗੁਰਸਿੱਖਾਂ ਦੇ ਅੱਗੇ ਹੱਥ ਜੋੜੇ ਆਖਣ ਲੱਗੇ, ਉਹਨਾਂ ਦੇ ਨਾਲ ਬੜੇ ਪ੍ਰੇਮ ਦੇ ਸਹਿਤ ਭਾਈ ਲਹਿਣਾ ਜੀ ਵਚਨ ਕਰਨ ਲੱਗੇ। ਗੁਰਸਿੱਖਾਂ ਨੂੰ ਬੜੇ ਪ੍ਰੇਮ ਨਾਲ ਬੋਲੇ, ਕਹਿੰਦੇ ਉਹ ਗੁਰਸਿੱਖੋ ਵੀਰੋ, ਕਲਯੁਗ ਦੇ ਲੋਕਾਂ ਦੇ ਵਿੱਚ ਆ ਮਨੁੱਖੀ ਜਾਮਾ ਧਾਰ ਕੇ ਖੁਦ ਕਰਤਾਰ ਪਰਮਾਤਮਾ ਗੁਰੂ ਨਾਨਕ ਦਾ ਰੂਪ ਲੈ ਕੇ ਆਇਆ। ਭਾਈ ਲਹਿਣਾ ਜੀ ਦੀ ਮਨ ਦੀ ਆਸਥਾ ਹੈ, ਦੇਖੋ ਕਿੱਡੀ ਵੱਡੀ। ਉਹ ਗੁਰਸਿੱਖੋ, ਗੁਰੂ ਨਾਨਕ ਖੁਦ ਪਰਮਾਤਮਾ ਦਾ ਰੂਪ ਹੈ। ਉਹ ਵੀਰੋ ਮਨ ਵਿੱਚ ਭਰਮ ਨਾ ਕਰੋ, ਗੁਰੂ ਬਾਬਾ ਜੀ ਨੂੰ ਮਨੁੱਖੀ ਸਰੀਰ ਨਾ ਜਾਣੋ, ਆਪਣੇ ਵਰਗਾ ਨਾ ਜਾਣੋ। ਗੁਰੂ ਨਾਨਕ ਤੇ ਪਰਮੇਸ਼ਰ ਦਾ ਹੀ ਅਵਤਾਰ ਹੈ, ਖੁਦ ਪਰਮੇਸ਼ਰ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਤੇ ਆਪ ਨਿਰੰਕਾਰ ਇਸ ਦੁਨੀਆ ਤੇ ਗੁਰੂ ਨਾਨਕ ਰੂਪ ਧਾਰ ਕੇ ਆਇਆ ਹੈ। ਉਹਨਾਂ ਵਰਗਾ ਕੋਈ ਹੋਰ ਨਹੀਂ ਮੁਕਤੀ ਦਾ ਦਾਤਾ, ਉਹਨਾਂ ਤੋਂ ਬਿਨਾਂ ਕੋਈ ਮੁਕਤੀ ਦੇ ਨਹੀਂ ਸਕਦਾ। ਉਹਨਾਂ ਦੇ ਘਰ ਮੁਕਤੀ ਪ੍ਰਾਪਤ ਹੁੰਦੀ ਹੈ। ਉਹ ਗੁਰਸਿੱਖੋ, ਗੁਰੂ ਨਾਨਕ ਦੇ ਘਰ ਦੁਨੀਆ ਦੇ ਪਦਾਰਥ ਜੋੜਿਆਂ 'ਚ ਬੈਠਿਆ, ਜੋੜਿਆਂ 'ਚ। ਝਾੜੂ ਲਾਉਣ ਵਾਲਿਆਂ ਨੂੰ ਲੋਕ ਪਰਲੋਕ ਦੇ ਸੁੱਖ ਮਿਲਦੇ, ਜੋੜੇ ਝਾੜਨ ਵਾਲਿਆਂ ਨੂੰ ਰਿੱਧੀਆਂ ਸਿੱਧੀਆਂ ਨਿੱਧੀਆਂ ਮਿਲਦੀਆਂ। ਉਹ ਗੁਰੂ ਬਾਬੇ ਦੇ ਦਰ 'ਤੇ ਸਭ ਕੁਝ ਮਿਲਦਾ ਹੈ। ਇਸ ਲਈ ਭਾਈ ਗੁਰਸਿੱਖੋ, ਭਰਮੋ ਨਾ, ਗੁਰੂ ਦੇ ਉੱਤੇ ਸ਼ੰਕਾ ਨਾ ਕਰੋ।
ਉਹ ਭਾਈ ਗੁਰਸਿੱਖੋ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੁਕਤੀ ਦਾ ਦਾਤਾ ਜਾਣੋ। ਉਹ ਗੁਰਸਿੱਖੋ, ਅਸੀਂ ਤੇ ਗੁਰੂ ਦੇ ਅੱਗੇ ਆਪਣਾ ਆਪਾ ਵੇਚਿਆ ਹੈ, ਆਪਣੇ ਗੁਰੂ ਨੂੰ ਸਿਰ ਝੁਕਾਇਆ। ਇਹਦਾ ਮਤਲਬ ਹੈ ਸਰੀਰ ਤੁਹਾਡਾ। ਗੁਰੂ ਅੱਗੇ ਸਿਰ ਝੁਕਾਉਣਾ, ਮੇਰੀ ਮੱਤ, ਮੇਰੀ ਅਕਲ, ਮੇਰੀ ਸਿਆਣਪ ਸਭ ਤੇਰੇ ਅੱਗੇ ਝੁਕ ਗਈ। ਗੁਰੂ ਦੇ ਉੱਤੋਂ ਦੀ ਪਰਿਕਰਮਾ ਕਰਨਾ, ਮੇਰਾ ਸਰੀਰ ਤੁਹਾਡਾ ਹੈ। ਗੁਰੂ ਦੇ ਅੱਗੇ ਚਰਨਾਂ 'ਚ ਧਨ ਰੱਖਣਾ, ਗੋਲਕ ਵਿੱਚ ਕੋਈ ਕੌਡੀ ਵੀ ਰੱਖ ਦੇਵੇ, ਜੋ ਕੁਝ ਵੀ ਜਿੰਨੇ ਜੋਗਾ ਹੈ, ਇਹਦਾ ਮਤਲਬ ਹੈ ਮੇਰਾ ਧਨ ਵੀ ਤੇਰੇ ਚਰਨਾਂ 'ਚ ਅਰਪਣ ਹੈ। ਗੁਰੂ ਕਾ ਸਿੱਖ ਤਾਨ ਮਨ ਧਨ ਸਭ ਸੌਂਪ ਗੁਰੂ ਕੋ। ਆਪਣੇ ਗੁਰੂ ਨੂੰ ਧਨ ਵੀ ਅਰਪਣ ਕਰਦਾ ਚਰਨਾਂ 'ਚ, ਜਿਹੜਾ ਅਸੀਂ ਨਮਸਕਾਰ ਕਰਦੇ। ਅਤੇ ਗੁਰੂ ਪਾਤਸ਼ਾਹ ਦੇ ਅੱਗੇ ਸਿਰ ਝੁਕਾਉਣਾ, ਗੁਰੂ ਮਹਾਰਾਜ ਨੂੰ ਇਹ ਕਹਿਣਾ ਹੈ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਮੱਤ, ਮੇਰੀ ਅਕਲ, ਮੇਰੀ ਸੂਝ, ਮੇਰੀ ਸਿਆਣਪ ਸਭ ਤੇਰੇ ਚਰਨਾਂ 'ਚ ਅਰਪਣ ਹੈ। ਅਤੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਜੋ ਅਸੀਂ ਪਰਿਕਰਮਾ ਕਰਦੇ ਸਾਧ ਸੰਗਤ, ਪਰਿਕਰਮਾ ਕਰਨ ਤੋਂ ਭਾਵ ਆਪਣਾ ਤਨ ਗੁਰੂ ਦੇ ਉੱਤੋਂ ਵਾਰ ਨਹੀਂ ਕੀਤਾ ਹੈ। ਸੋ ਗੁਰੂ ਕੇ ਸਿੱਖੋ, ਗੁਰੂ ਨਾਨਕ ਦੇਵ ਖੁਦ ਅਵਤਾਰ ਹਨ, ਪਰਮਾਤਮਾ ਦਾ ਰੂਪ ਹਨ। ਇਹ ਭਾਈ ਲਹਿਣਾ ਜੀ ਸਾਰੇ ਗੁਰਸਿੱਖਾਂ ਨੂੰ ਕਹਿ ਰਹੇ ਹਨ। ਸਾਡੇ ਵਿੱਚ ਮਾਣਯੋਗ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ, ਰੰਧਾਵੇ ਵਾਲੇ ਮਹਾਂਪੁਰਸ਼ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹੁਤ ਵੱਡੇ ਵਿਦਵਾਨ ਹਨ, ਉਹ ਵੀ ਪਹੁੰਚੇ ਹਨ। ਅਗਰ ਥੋੜ੍ਹਾ ਸਮਾਂ ਪਹਿਲਾਂ ਹੁੰਦੇ ਆਏ ਅਤੇ ਆਪਾਂ ਉਹਨਾਂ ਤੋਂ ਲਾਹਾ ਲੈਣਾ ਸੀ ਕਥਾ ਸੁਣ ਕੇ। ਸੋ ਜਿਉਂ ਆਇਆਂ ਨੂੰ ਸਾਰੀਆਂ ਸੰਗਤਾਂ ਨੂੰ, ਜਿੱਥੇ ਜਿਉਂ ਆਇਆਂ ਨੂੰ ਉੱਥੇ ਮਾਣਯੋਗ ਮਹਾਂਪੁਰਸ਼ਾਂ ਨੂੰ ਵੀ। ਸੋ ਆਓ ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਪਾਵਨ ਇਤਿਹਾਸ ਨੂੰ ਪੜ੍ਹਦੇ ਸੁਣਦੇ ਹਾਂ। ਭਾਈ ਲਹਿਣਾ ਜੀ ਨੇ ਆਖਿਆ, ਕਹਿੰਦੇ ਗੁਰਸਿੱਖੋ, ਗੁਰੂ ਦੇ ਉੱਤੇ ਕਿੰਤੂ, ਗੁਰੂ ਦੇ ਉੱਤੇ ਸ਼ੰਕਾ, ਗੁਰੂ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਤਰਕ ਨਹੀਂ ਕਰਨੀ ਚਾਹੀਦੀ। ਗੁਰੂ ਅੱਗੇ ਆਪਣਾ ਆਪਾ ਅਰਪਣ ਕਰ ਦੇਣਾ ਚਾਹੀਦਾ। ਗੁਰੂ ਭਾਵੇਂ ਮਾਰ ਲਵੇ, ਭਾਵੇਂ ਰੱਖ ਲਵੇ। ਅਤੇ ਜਿਹੜੇ ਗੁਰੂ ਨੂੰ ਆਪਣਾ ਸਭ ਕੁਝ ਅਰਪਣ ਕਰ ਦਈਏ, ਉਹਨਾਂ ਦੇ ਨਾਲ ਕੀ ਮੈਂ ਅਤੇ ਕੀ ਤੂੰ, ਮੈਂ ਮੇਰੀ ਤੂੰ ਤੇਰੀ ਵਾਲੀ ਗੱਲ ਹੀ ਕੋਈ ਨਹੀਂ। ਸਭ ਕੁਝ ਗੁਰੂ ਨੂੰ, ਗੁਰੂ ਕਾ ਸਿੱਖ ਆਪਣਾ ਅਰਪਣ ਕਰਦਾ, ਸੌਂਪਦਾ ਹੈ। ਔਰ ਗੁਰੂ ਕਾ ਸਿੱਖ ਤੇ ਹਾਲਾਂਕਿ ਇੱਦੋਂ ਵੀ ਅੱਗੇ ਸੋਚਦਾ ਹੈ, ਮੈਂ ਕੀ ਤੇਰੇ ਅੱਗੇ ਅਰਪਣ ਕਰਾਂ, ਮੇਰੇ ਕੋਲ ਤਾਂ ਹੈ ਹੀ ਸਭ ਕੁਝ ਤੇਰਾ ਹੀ, ਤੇਰਾ ਹੀ ਦਿੱਤਾ ਹੋਇਆ, ਮੈਂ ਤੈਨੂੰ ਕੀ ਅਰਪਣ ਕਰਾਂ। ਉਹ ਭਾਈ ਗੁਰਸਿੱਖੋ, ਜੇ ਗੁਰੂ ਨਾਨਕ ਦੇਵ ਜੀ ਹੁਣ ਇੱਧਰ ਨੂੰ ਆਉਣਗੇ ਤਾਂ ਜੇ ਗੁਰੂ ਮਹਾਰਾਜ ਜੀ ਕੋਈ ਹੋਰ ਰੂਪ ਧਾਰਦੇ ਆ, ਇਹ ਕੋਈ ਘਬਰਾਓ ਨਾ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਹੱਥ 'ਚ ਸੋਟਾ ਫੜ ਲਿਆ, ਨਾਲ ਕੁਝ ਕੂਕਰ ਲਾ ਲਏ, ਕੁਝ ਸੂਕਰ ਲਾ ਲਏ, ਸੂਅਰ ਕੁੱਤੇ ਲਾ ਲਏ, ਅਤੇ ਤੁਸੀਂ ਇੱਥੇ ਗੁਰੂ ਜੀ ਬਾਰੇ ਗੱਲਾਂ ਕਰਨ ਲੱਗ ਪਏ ਵੀ ਗੁਰੂ ਜੀ ਦੀ ਬਿਰਤੀ ਕਿੱਦਾਂ ਦੀ ਹੋ ਗਈ। ਨਾ, ਉਹ ਗੁਰੂ ਪਾਤਸ਼ਾਹ ਹਰ ਕਾਰਜ ਵਿੱਚ, ਹਰ ਕਿਰਤ ਵਿੱਚ, ਹਰ ਰੂਪ ਵਿੱਚ, ਗੁਰੂ ਦੇ ਹਰੇਕ ਕੌਤਕ ਦੇ ਵਿੱਚ ਮਨੁੱਖਤਾ ਦਾ, ਮਾਨਵਤਾ ਦਾ, ਸਿੱਖਾਂ ਦਾ, ਸੇਵਕਾਂ ਦਾ, ਦੁਨੀਆ ਦਾ, ਜੀਵ ਜੰਤੂਆਂ ਦਾ ਭਲਾ ਹੈ। ਆਪਣੇ ਗੁਰੂ ਦੇ ਉੱਤੋਂ ਹਮੇਸ਼ਾ ਕੁਰਬਾਨੇ ਜਾਈਏ, ਬਲਿਹਾਰੇ ਜਾਈਏ ਗੁਰੂ ਕੇ ਕੌਤਕਾਂ ਤੋਂ। ਕਦੇ ਗੁਰੂ ਦੇ ਉੱਤੇ ਭਰਮ ਨਹੀਂ ਕਰਨਾ, ਤਰਕ ਨਹੀਂ ਕਰਨੀ, ਕਿੰਤੂ ਨਹੀਂ ਕਰਨਾ ਹੈ। ਸਿਰ ਜਾਵੇ ਤਾਂ ਜਾਵੇ ਭਾਈ। ਦੇਖੋ, ਸਿਰ ਦੇਣ ਤੋਂ ਬਿਨਾਂ ਗੱਲ ਬਣਦੀ ਨਹੀਂ ਸਾਧ ਸੰਗਤ। ਪਹਿਲੇ ਜਾਮੇ ਦੇ ਵਿੱਚ ਹੀ ਜਦੋਂ ਗੁਰੂ ਅੰਗਦ ਦੇਵ ਬਣੇ, ਗੁਰੂ ਨਾਨਕ ਦੇਵ ਨੇ ਗੁਰਿਆਈ ਦਿੱਤੀ ਹੈ ਭਾਈ ਲਹਿਣਾ ਜੀ ਨੂੰ। ਭਾਈ ਲਹਿਣਾ ਜੀ ਨੇ ਵੀ ਸਿਰ ਦੇਣ ਤੱਕ ਦੀ ਠਾਣੀ ਹੋਈ ਹੈ। ਕਵੀ ਜੀ ਕਹਿੰਦੇ ਨੇ, ਕਹਿੰਦੇ ਭਾਈ ਲਹਿਣਾ ਜੀ ਨੇ ਆਖਿਆ, ਗੁਰੂ ਅੱਗੇ ਸਿਰ ਅਰਪਣ ਹੈ, ਭਾਵੇਂ ਸਿਰ ਲੈ ਲਵੇ। ਭਾਈ ਗੁਰਸਿੱਖੋ, ਪਹਿਲਾਂ ਤੋਂ ਹੀ ਪਰਖ ਹੁੰਦੀ ਆਈ, ਪਰਖ ਕੀਤਿਆਂ ਹੀ ਸੇਵਾ ਦੇ ਵਿੱਚ ਖਰੇ ਉਤਰਿਆ ਹੀ ਸਭ ਕੁਝ ਮਿਲਦਾ ਹੈ। ਇਹ ਭਾਈ ਕੋਈ ਨਵੀਂ ਗੱਲ ਨਹੀਂ ਹੈ। ਬਿਨਾਂ ਸਿਰ ਦਿੱਤਿਆਂ ਕੁਝ ਪ੍ਰਾਪਤ ਨਹੀਂ ਹੁੰਦਾ। ਪਹਿਲਾਂ ਆਖਿਆ, ਦੇਖੋ ਵਿਸ਼ਵਾਮਿੱਤਰ ਇਤਿਆਦਿਕ
ਉਹਨਾਂ ਦੀਆਂ ਗੱਲਾਂ ਹਰੀ ਚੰਦ ਰਾਜੇ ਦੀ ਕਿੱਡੀ ਪਰਖ ਹੋਈ, ਤਾਂ ਫਿਰ ਉਹਨੂੰ ਐਡੀ ਵੱਡੀ ਪਦਵੀ ਪ੍ਰਾਪਤ ਹੋਈ। ਇੱਦਾਂ ਭਾਈ ਲਹਿਣਾ ਜੀ ਨੇ ਗੁਰਸਿੱਖਾਂ ਨੂੰ ਸਮਝਾਇਆ ਹੈ। ਬੈਠੇ 3 ਪੈਰ ਗੁਰੂ ਜੀ ਨੂੰ ਉਡੀਕਦੇ ਰਹੇ। ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਾਮਾਂ ਜਾਂ ਦੇ ਸਮੇਂ ਜਦੋਂ ਪਿਛਲਾ ਪੈਰ ਰਹਿ ਗਿਆ ਦਿਨ ਦਾ, ਤੇ ਜੰਗਲ ਦੇ ਵਿੱਚੋਂ ਵਾਪਸ ਮੁੜ ਆਏ ਹਨ। ਗੁਰਸਿੱਖਾਂ ਨੇ ਵੇਖਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਆ ਰਹੇ ਹਨ। ਹੱਥ ਜੋੜ ਲਏ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰਾਂ ਕਰਦੇ ਹਨ। ਬੜੇ ਹੈਰਾਨ ਜਿਹੇ ਹੋ ਕੇ ਬਚਨ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਸਤਰ ਜਿਹੜੇ ਗੁਰਮਤਿ ਅਨੁਸਾਰੀ ਪਹਿਨੇ ਹਨ। ਸਾਧ ਸੰਗਤ ਜੀ, ਕੁਲਾ ਸ਼ੀਸ਼ ਪਰ ਕੁਤਕਾਲੀ ਨੰਗ, ਕਵੀ ਜੀ ਲਿਖਦੇ ਨੇ ਗੁਰੂ ਜੀ ਦੇ ਸਿਰ ਦੇ ਉੱਤੇ ਸੋਹਣੀ ਸੁੰਦਰ ਦਸਤਾਰ ਹੈ, ਹੱਥ ਦੇ ਵਿੱਚ ਕੁਤਕਾ ਫੜਿਆ ਹੋਇਆ ਹੈ। ਆਪਣੇ ਸਿੱਖਾਂ ਦੇ ਅੰਦਰੋਂ ਭਰਮ ਅਤੇ ਹੋਰ ਬੜੇ ਲੋਕਾਂ ਦੀ ਦੁਰਮਤ ਕੱਟਣ ਵਾਲੇ ਸਤਿਗੁਰੂ ਜੀ ਅੱਜ ਬੜੀ ਔਖੀ ਪਰਖ ਹੈ, ਪਰਖ ਦੀ ਘੜੀ ਹੈ ਸਾਧ ਸੰਗਤ। ਅੱਜ ਤੇ ਕੋਈ ਮਾੜੀ ਜੀ ਗੱਲ ਹੋਵੇ ਉਹਦੀ ਕਰਨ ਲੱਗ ਜਾਂਦੇ, ਇੱਦਾਂ ਕਿਵੇਂ ਗੁਰੂ ਜੀ ਕਰ ਸਕਦੇ, ਇੱਦਾਂ ਕਿਵੇਂ। ਇੱਦਾਂ ਹੀ ਹੈ, ਗੁਰੂ ਦੀਆਂ ਜੋ ਗੁਰੂ ਸਾਹਿਬ ਕਰਦੇ ਹਨ ਉਹਦੇ ਉੱਤੇ ਕਿਸੇ ਨੂੰ ਕੋਈ ਕਿੰਤੂ ਨਹੀਂ। ਗੁਰੂ ਕੇ ਸਿੱਖ ਨੂੰ ਤੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਸਰਬ ਕਲਾ ਸਮਰੱਥ ਹਨ। ਤਾਂ ਗੁਰੂ ਜੀ ਦੇ ਕੋਲ ਜਿਹੜਾ ਆਉਂਦਾ, ਗੁਰੂ ਮਹਾਰਾਜ ਨੇ ਹੁਣ ਇਹਨਾਂ ਦੀ ਪਰਖ ਕਰਨੀ, ਤੇ ਜਿਹੜਾ ਨੇੜੇ ਜੇ ਲੱਗਦਾ ਨਾ ਮੱਥਾ ਟੇਕਦਾ, ਮਹਾਰਾਜ ਨੇ ਕੁਤਕਾ ਛੱਡ ਦੇਣਾ ਉਹਦੇ ਸਾਧ ਸੰਗਤ। ਜਿਹੜਾ ਕੋਈ ਨੇੜੇ ਲੱਗਦਾ ਹੈ ਉਹਦੇ ਮਹਾਰਾਜ ਜੀ ਹੱਥ ਵਿੱਚ ਫੜਿਆ ਹੋਇਆ ਸੋਟਾ ਮਾਰਦੇ ਹਨ। ਜਿਹੜਾ ਵੀ ਨੇੜੇ ਜੇ ਲੱਗਦਾ ਉਹਦੇ ਕੁਤਕਾ ਵੱਜਦਾ ਹੈ। ਇੱਕ ਦੋ ਦੇ ਜਦੋਂ ਵੱਜਿਆ ਵੱਡੀ ਲਾਈਨ ਲੱਗੀ ਸੀ, ਬਾਕੀ ਤੇ ਨੇੜੇ ਹੀ ਨਾ ਲੱਗੇ ਮੱਥਾ ਟੇਕਣ ਨੂੰ, ਵੀ ਮੇਰੇ ਹੀ ਨਾ ਵੱਜ ਜਾਵੇ ਕਿਤੇ। ਬੜੇ ਹੈਰਾਨ ਰਹਿ ਗਏ ਸਾਰੇ ਸਿੱਖ ਵੀ ਇਹ ਕੀ ਗੱਲ ਹੋਈ। ਗੁਰੂ ਮਹਾਰਾਜ ਜੀ ਦੀ ਗਤੀ ਅਲੱਖ ਹੈ, ਉਹਦੇ ਲੱਛਣ ਬੰਨੇ ਨਹੀਂ ਜਾ ਸਕਦੇ ਵੀ ਇਸ ਤਰ੍ਹਾਂ ਦਾ ਹੋਏਗਾ, ਇਸ ਤਰ੍ਹਾਂ ਦਾ ਹੋਏਗਾ ਨਾ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਦਾਸ ਤੇ ਹਮੇਸ਼ਾ ਹੀ ਕੁਰਬਾਨ ਜਾਂਦਾ ਹੈ। ਜਿਹੜਾ ਵੀ ਕੋਈ ਨੇੜੇ ਆਉਂਦਾ ਹੈ ਨਾ ਜੀ, ਉਹਦੇ ਇਸੇ ਤਰ੍ਹਾਂ ਹੀ ਕੁਤਕਾ ਵੱਜਦਾ ਹੈ। ਮੁੜ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ, ਤੇ ਜੋ ਬਚਨ ਉਹਨਾਂ ਸਿੱਖਾਂ ਨਾਲ ਕੀਤੇ। ਪੁੱਛਦੇ ਆ ਬਈ ਤੂੰ ਕੌਣ ਹੈ? ਉਹ ਕਹਿੰਦਾ ਜੀ ਤੁਹਾਡਾ ਸਿੱਖ। ਜਿਹੜਾ ਵੀ ਕੋਈ ਸਿੱਖ ਕਹਿੰਦਾ ਉਹਦੇ ਕੁਤਕਾ ਮਾਰ ਦਿੰਦੇ ਆ। ਤੇ ਇਸ ਤਰੀਕੇ ਕੱਲ੍ਹ ਨੂੰ ਅੱਗੇ ਸੁਣਾਂਗੇ ਇਹਨਾਂ ਸਿੱਖਾਂ ਦੀ ਪਰਖ ਕਿਵੇਂ ਹੁੰਦੀ ਹੈ, ਅਤੇ ਮੁਰਦੇ ਦੇ ਨਾਲ ਪਰਖ ਕਿਵੇਂ ਹੁੰਦੀ, ਕਿਵੇਂ ਮੁਰਦੇ ਤੋਂ ਕੜਾਹ ਪ੍ਰਸ਼ਾਦ ਬਣਦਾ ਹੈ। ਉਹ ਸਾਰੇ ਪ੍ਰਸੰਗ ਨੂੰ ਆਪ ਜੀ ਕੱਲ੍ਹ ਨੂੰ ਸੁਣੋਗੇ। ਤੇ ਨਾਲ ਭਾਈ ਲਹਿਣਾ ਜੀ ਸੇਵਾ ਕਰਕੇ ਕਿਸ ਤਰੀਕੇ ਲਹਿਣੇ ਤੋਂ ਗੁਰੂ ਅੰਗਦ ਬਣੇ, ਉਹ ਸਾਰੇ ਪ੍ਰਸੰਗ ਆਪ ਜੀ ਨੇ ਅਗਲੇ ਦਿਨਾਂ ਵਿੱਚ ਸੁਣਨੇ ਨੇ। ਬੜੇ ਪ੍ਰੇਮ ਨਾਲ ਗੁਰੂ ਘਰ ਹਾਜ਼ਰੀਆਂ ਭਰਿਆ ਕਰੋ। ਭਾਵੇਂ ਕਿ ਚਾਰੇ ਪਾਸੇ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਕਹਿ ਲਓ ਕਿ ਸਹਿਮ ਦਾ ਮਾਹੌਲ ਬਣਿਆ ਹੋਇਆ। ਕਰੋਨਾ ਮਹਾਂਮਾਰੀ ਘੋਸ਼ਿਤ ਕੀਤੀ ਗਈ ਹੈ, ਉਹਦੇ ਲਈ ਵੀ ਥਾਂ ਥਾਂ ਦੇ ਉੱਤੇ ਸਰਕਾਰ ਵੱਲੋਂ, ਪ੍ਰਸ਼ਾਸਨ ਦੇ ਵੱਲੋਂ ਬਹੁਤ ਸਾਰੀਆਂ ਸਾਨੂੰ ਹਦਾਇਤਾਂ ਦੱਸੀਆਂ ਜਾਂਦੀਆਂ ਨੇ। ਸਿਹਤ ਵਿਭਾਗ ਵੱਲੋਂ ਉਹਨਾਂ ਦਾ ਵੀ ਅਮਲ ਕਰਨਾ ਬੜਾ ਲਾਜ਼ਮੀ ਹੈ। ਪਰ ਗੁਰੂ ਕੇ ਸਿੱਖ ਫਿਰ ਵੀ ਸਿਹਤ ਵਿਭਾਗ ਦੀਆਂ ਸਾਰੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਵੀ ਗੁਰੂ ਘਰ ਪਹੁੰਚਦੇ ਆ। ਭਾਵੇਂ ਉਹਦਾ ਅਸਰ ਬੜਾ, ਬਹੁਤ ਸਾਰੇ ਬਜ਼ੁਰਗ ਹਨ, ਬੱਚਿਆਂ ਵਾਲੇ ਹਨ, ਇਸ ਗੱਲ ਕਰਕੇ ਭੈ ਵੀ ਖਾਂਦੇ ਹਨ ਕਿ ਐਸੇ ਮਾਹੌਲ ਦੇ ਵਿੱਚ ਪਤਾ ਨਹੀਂ ਨਾ ਲੱਗਦਾ ਕੋਈ ਕਿਸ ਤਰ੍ਹਾਂ ਦਾ ਇਨਸਾਨ ਇਫੈਕਟਡ ਹੋਵੇ ਕਿਸੇ ਬਿਮਾਰੀ ਤੋਂ। ਪਰ ਫਿਰ ਵੀ ਪ੍ਰੇਮ ਵਾਲੇ ਗੁਰਸਿੱਖ ਗੁਰੂ ਚਰਨਾਂ 'ਚ ਪਹੁੰਚਦੇ ਹਨ। ਜਿਹੜੀਆਂ ਸੰਗਤਾਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਪਹੁੰਚੀਆਂ, ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਸਭਨਾਂ ਨੂੰ ਸਾਡੇ ਪ੍ਰਬੰਧ ਦੇ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਉਂ ਆਇਆਂ ਨੂੰ।
ਸਤਿਗੁਰੂ ਸਾਹਿਬ ਆਪ ਸਭ ਦੀ ਯਾਤਰਾ ਸਫਲ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਸਾਰੀਆਂ ਸੰਗਤਾਂ ਸਮੇਂ ਸਿਰ ਪਹੁੰਚਿਆ ਕਰੋ। ਸ਼ਾਮ ਨੂੰ 5 ਤੋਂ 6 ਗੁਰ ਇਤਿਹਾਸ ਦੀ ਕਥਾ ਹੁੰਦੀ ਹੈ। ਸਵੇਰ ਨੂੰ 7 ਤੋਂ 8 ਸਾਡੇ ਮਾਣਯੋਗ ਹੈੱਡ ਗ੍ਰੰਥੀ ਗਿਆਨੀ ਜਗਜੀਤ ਸਿੰਘ ਜੀ ਪਾਵਨ ਪਵਿੱਤਰ ਗੁਰਬਾਣੀ ਦੀ ਸ਼ਬਦ ਵਿਚਾਰ ਕਰਦੇ ਹਨ, ਹੁਕਮਨਾਮਾ ਸਾਹਿਬ ਦੀ, ਉਹ ਵੀ ਸਰਵਣ ਕਰਿਆ ਕਰੋ। ਸ਼ਾਮਾਂ ਦੇ ਸਮੇਂ ਦਾਸ ਗੁਰ ਇਤਿਹਾਸ ਦੀ ਕਥਾ ਵਿੱਚ ਹਾਜ਼ਰੀ ਭਰਦਾ ਹੈ। ਸੋ ਆਪ ਵੱਧ ਤੋਂ ਵੱਧ ਸੰਗਤਾਂ ਲਾਹੇ ਲਿਆ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। हे अच्युत हे पार ब्रह्म अविनाशी अगनास, हे पूर्ण